ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਗੁਸਤਾਖੀ ਚਾਹੁੰਦੇ ਜੀ, ਕੁਝ ਤਕਨੀਕੀ ਖਰਾਬੀ ਆਉਣ ਕਰਕੇ ਜਿਹੜਾ ਜੀ ਪ੍ਰੋਗਰਾਮ ਕੋਈ 12 ਤੋਂ 13 ਮਿੰਟ ਲੇਟ ਸ਼ੁਰੂ ਕਰ ਰਹੇ ਹਾਂ। ਸੋ ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 9 ਸਤੰਬਰ, ਸ਼ਾਮ ਦੇ 5:43 ਹੋਏ ਨੇ। ਤੁਸੀਂ ਜੁੜੇ ਹੋਏ ਹੋ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ। ਇਸ ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕਈ ਲਿਸਨਰਸ ਨੇ ਕਿਹਾ ਸੀ ਕਿ ਭਾਰਤ ਪਾਕ ਚੀਨ ਜਿਹੜੇ ਆ ਭਾਰਤ ਚੀਨ ਬਾਰਡਰ ਦੇ ਉੱਤੇ ਗੱਲਬਾਤ ਕੀਤੀ ਜਾਵੇ। ਸੋ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਰਨਲ ਜੈਬੰਤ ਸਿੰਘ ਸਾਡੇ ਨਾਲ ਜੁੜਨਗੇ। ਇਸ ਤੋਂ ਇਲਾਵਾ ਸਰਦਾਰ ਜਸਵੀਰ ਸਿੰਘ ਪੱਟੀ ਮੇਰੇ ਨਾਲ ਜੁੜਨਗੇ ਜੀ, ਤੇ ਪੱਤਰਕਾਰ ਸਾਹਿਬਾਨ ਹੋਣਗੇ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਤੇ ਕੈਲਗਰੀ ਤੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ ਸੁਖਪਾਲ ਬਰਾੜ ਹੋਰਾਂ ਨੇ। 4036901235 ਦੇ ਉੱਤੇ ਤੁਸੀਂ ਕਾਲ ਕਰਕੇ ਹੀਟਿੰਗ, ਗੈਸ ਫਿਟਿੰਗ, ਹੌਟ ਵਾਟਰ ਟੈਂਕ, ਫਾਇਰ ਪਲੇਸ, ਫਰਨਸ ਰਿਪੇਅਰ, ਵਾਟਰ ਸੌਫਟਨਰ, ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪਲੰਬਿੰਗ ਕਰਾ ਸਕਦੇ ਹੋ। ਬੇਕਰਸਫੀਲਡ ਦੇ ਵਿੱਚ ਤੁਸੀਂ ਬਿਜਲੀ ਦੇ ਬਿੱਲ ਜ਼ੀਰੋ ਕਰਵਾ ਸਕਦੇ ਹੋ। ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ 6617541722 ਦੇ ਉੱਤੇ। ਤੇ ਸਿੱਧੂ ਟਰੱਕ ਲਾਈਨ ਵਾਲੇ ਕੁਲਵੰਤ ਸਿੰਘ ਸਿੱਧੂ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ। ਇਸ ਤੋਂ ਇਲਾਵਾ ਟਰੱਕ ਸ਼ਾਪ ਤੇ ਕੰਮ ਕਰਨ ਵਾਲਿਆਂ ਕਾਮਿਆਂ ਦੀ ਲੋੜ ਹੈ। ਸੰਪਰਕ ਕਰੋ 6616671188। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਹੈਲੋ ਜੀ ਪੱਟੀ ਸਾਹਿਬ। ਹੈਲੋ ਹਾਂਜੀ, ਇੱਕ ਮਿੰਟ ਜੀ ਹੋਲਡ ਕਰੇ। ਇੱਕ ਮਿੰਟ ਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਹੈਲੋ ਹਾਂਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ। ਸੋ ਪੱਟੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਕੱਲ ਵੀ ਗੱਲ ਕੀਤੀ ਸੀ ਮਜੀਠੀਆ ਦੇ ਸੱਜੇ ਲੈਫਟੈਨੈਂਟ ਵੱਲੋਂ ਗੁਰੂ ਰਾਮਦਾਸ ਹਸਪਤਾਲ ਦੇ ਸਾਹਮਣੇ ਧਰਨਾ ਦੇਣ ਦੀਆਂ ਗੱਲ ਕੀਤੀ ਸੀ। ਕਹਿੰਦਾ ਵੀ ਜੋ ਕਰਨਾ ਕਰ ਲਓ। ਕਿੱਥੇ ਪਹੁੰਚਿਆ ਜੀ ਮਾਮਲਾ? ਬਸ ਜੀ ਧਰਨਾ ਕੱਲ ਦਿੱਤਾ ਜਾਣਾ। ਅੱਜ ਉਹ ਜੰਗੀ ਪੱਧਰ ਤੇ ਤਿਆਰੀਆਂ ਕਰ ਰਹੇ ਆ, ਲੋਕ ਉਹਦੇ ਹੱਕ ਚ ਤੁਰ ਰਹੇ ਆ। ਜੇ ਕੱਲ ਨੂੰ ਵੱਡਾ ਧਰਨਾ ਲੱਗ ਗਿਆ ਤੇ 328 ਸਰੂਪਾਂ ਦੇ ਨਾਲ ਇੱਕ ਸਿਰਦਰਦੀ ਐਸਜੀਪੀਸੀ ਵਾਸਤੇ ਹੋਰ ਪੈਦਾ ਹੋ ਜਾਏਗੀ। ਉਹਦੇ ਵਿੱਚ ਅਜੇ ਤੱਕ ਬਿਕਰਮ ਸਿੰਘ ਮਜੀਠੀ ਦਾ ਨਾ ਤੇ ਕੋਈ ਬਿਆਨ ਆ, ਨਾ ਕੋਈ ਤਰਕ ਆ, ਨਾ ਕੋਈ ਕੰਸੂ ਆ। ਉਸ ਪਾਸੇ ਕੁਛ ਨਹੀਂ ਅਜੇ ਤੱਕ ਹੈ। ਜਾਂ ਤਾਂ ਰੋਕਦੇ ਉਹਨੂੰ ਤਦ ਦਾ ਬਿਆਨ ਦਿੰਦਾ ਵੀ ਅਸੀਂ ਨਹੀਂ ਧਰਨਾ ਦਿਆਂਗੇ। ਜੇ ਉਹ ਤਿਆਰੀਆਂ ਕਰ ਰਿਹਾ ਧਰਨਾ ਦੇ ਦਿੱਤਾ ਤੇ ਫਿਰ ਮਜੀਠੀਏ ਦੀ ਜਿਹੜੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਲੱਗੇ। ਬਾਈ ਤੇਰਾ ਲੈਫਟੈਨੈਂਟ ਆ ਸੱਜਾ। ਇਹ ਵੇਖੋ ਜੀ, ਕਰੀਬ ਜਦੋਂ ਮਜੀਠੀਆ ਸਿਆਸਤ ਚ ਆਇਆ ਤੇ ਇਹ ਪਹਿਲਾਂ ਵਾਈਨਿੰਗ ਦਾ ਕੰਮ ਕਰਦਾ ਸੀ, ਮੋਟਰ ਵਾਈਨਿੰਗ ਦਾ, ਛੋਟੀ ਜਿਹੀ ਦੁਕਾਨ ਹੁੰਦੀ ਸੀ। ਅੱਛਾ ਜੀ। ਉੱਥੇ ਕੀ ਕਰਦਾ ਸੀ ਵੀ ਥਾਣੇ ਦੇ ਵਿੱਚ ਜਿਹੜੇ ਕਈ ਲੋਕ ਆ ਜਾਂਦੇ ਅਰਜੀ ਲਿਖਾਉਣ ਵਾਸਤੇ, ਉਹ ਅਰਜੀਆਂ ਲਿਖ ਕੇ ਦੇ ਦਿੰਦਾ ਸੀ। ਮਾੜੀਆਂ ਮੋਟੀਆਂ ਲਿਖ ਦਿੰਦਾ ਜੀ। ਮੁਹਾਰਤ ਸੀਗੀ ਇਹਨੂੰ। ਅੱਛਾ ਜੀ, ਮੁਹਾਰਤ ਸੀਗੀ। ਤੇ ਜਿਹੜੇ ਸਾਡੇ ਗੁਲਵਾਰੀ ਵਾਲੇ ਬਾਬੇ, ਉਹਨਾਂ ਦਾ ਇੱਕ ਬਹੁਤ ਨਜ਼ਦੀਕੀ ਰਿਸ਼ਤੇਦਾਰ, ਜਿਹਦੇ ਕਰਕੇ ਇਹ ਮਜੀਠੀਏ ਦੇ ਨਾਲ ਰਲ ਗਿਆ। ਤੇ ਮਜੀਠੀਏ ਨਾਲ ਰਲਣ ਤੋਂ ਬਾਅਦ ਫਿਰ ਇਹਨਾਂ ਨੇ ਜੋ ਕੀਤਾ ਉਹ ਜਨਤਾ ਦੇ ਸਾਹਮਣੇ ਆ ਜੀ। ਉਹ ਮਜੀਠੀਆ ਸਾਹਿਬ ਜਿਹੜੇ ਇਕੱਲੇ ਦੋਸ਼ੀ ਨਹੀਂ, ਉਹਦੇ ਚ ਇਹ ਵੀ ਦੋਸ਼ੀ ਹੈ। ਜੇ ਕਿਤੇ ਕੱਲ ਨੂੰ ਈਡੀ ਨੇ ਕੋਈ ਪੰਗਾ ਲੈ ਲਿਆ ਤੇ ਇਹ ਵੀ ਨਾਲ ਗਿੱਲ ਸਾਹਿਬ ਦੀ ਨਾਲ ਵਾਰੀ ਆ ਜਾਏਗੀ। ਅੱਛਾ ਜੀ। ਇਸ ਕਰਕੇ ਇਹਨਾਂ ਸਭ ਕੁਝ ਸਾਂਝਾ ਸੀਗਾ। ਤੇ ਹੁਣ ਜਿਹੜਾ ਇੰਜ ਮਹਿਸੂਸ ਹੋ ਰਿਹਾ ਕਿ ਮਜੀਠੀਆ ਦੀ ਤੇ ਬਿਕਰਮ ਦੀ ਆਪਸ ਵਿੱਚ ਥੋੜੀ ਜਿਹੀ ਟੇਢੀ ਮੇਢੀ ਗੱਲ ਹੁਣ ਕੇ ਮਜੀਠੀਆ ਜਿਹੜਾ ਆਪਣਾ ਦਬਦਬਾ ਵਿਖਾਉਣਾ ਚਾਹੁੰਦਾ ਵੀ ਮੇਰਾ ਮਾਝੇ ਦਬਦਬਾ ਕਰਨਾ ਕਿਹਗਾ। ਅੱਛਾ ਜੀ। ਕਿਉਂ ਮਾਝੇ ਦਾ ਜਰਨੈਲ ਪਹਿਲਾਂ ਕਿਹਾ ਜਾਂਦਾ ਸੀ ਰਣਜੀਤ ਸਿੰਘ ਬ੍ਰਹਮਪੁਰਾ ਵਾ। ਬ੍ਰਹਮਪੁਰੇ ਨੂੰ ਪਿੱਛੇ ਕਰਕੇ ਇਹਨਾਂ ਨੇ ਬਣਾਇਆ ਬਿਕਰਮ ਸਿੰਘ ਮਜੀਠੀਏ ਨੂੰ, ਲੇਕਿਨ ਉਹਦੀ ਮਾਨਸਿਕਤਾ ਉਹੀ ਮੁੰਡਿਆਂ ਵਾਲੀ ਰਹੀ, ਸਿਆਣੇ ਲੀਡਰਾਂ ਵਾਲੀ ਨਹੀਂ ਰਹੀ ਜੀ। ਉਹਨੇ ਧੱਕੇਸ਼ਾਹੀ ਨਾਲ ਕੰਮ ਕੀਤੇ। ਇਹ ਨਹੀਂ ਗੱਲ ਵੀ ਸਭ ਨੂੰ ਖੰਭਾਂ ਤੇ ਲੈ ਕੇ ਥੱਲੇ ਕੰਮ ਕਰੇ, ਉਹਨੇ ਨਹੀਂ ਕੀਤੇ। ਤੁਹਾਨੂੰ ਪਤਾ ਵਾ
7 ਸਤੰਬਰ 2016 ਨੂੰ ਜਦੋਂ ਪੱਤਰਕਾਰ ਇੱਕ ਮੰਗ ਪੱਤਰ ਦੇਣ ਗਿਆ ਸੀ, ਕੀ ਮੰਗ ਪੱਤਰ, ਉਦੋਂ ਇਹਦਾ ਜਿਹੜਾ ਪੀਏ ਨਾਲ ਹੁੰਦਾ ਸੀ, ਪੀਆਰ ਹੁੰਦਾ ਸੀ ਸਰਚਾਰ ਸਿੰਘ, ਉਹਨੇ ਕਿਹਾ ਕਿ ਪੱਤਰਕਾਰ ਤੇ ਲਾਠੀਚਾਰਜ ਕਰਾਤਾ। ਫਿਰ ਰੌਲਾ ਜਿਹੜਾ ਸੀ ਸੈਂਟਰ ਤੱਕ ਪਿਆ ਸੀ, ਸੈਂਟਰ ਤੋਂ ਬਕਾਇਦਾ ਤੌਰ ਤੇ ਡਾਇਰੈਕਸ਼ਨ ਹੋਈ, ਦੱਸੋ ਜੀ ਇਹ ਰੌਲਾ ਕਿਉਂ ਪੈ ਰਿਹਾ, ਦੱਸੋ ਪੱਤਰਕਾਰ ਨੇ ਕੀ ਕੀਤਾ ਤੁਸੀਂ। ਤੇ ਇਹਦੇ ਕਰਕੇ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਪਈ, ਕਹਿੰਦੇ ਵੀ ਮਜੀਠੀਏ ਨੂੰ ਗਾਲ ਨਹੀਂ ਸੀ ਕੱਢੀ, ਬਾਦਲ ਸਾਹਿਬ ਨੇ ਬਾਕੀ ਸਭ ਕੁਝ ਕਿਹਾ ਵੀ ਤੇਰੀ ਵਜ੍ਹਾ ਕਰਕੇ ਸਭ ਕੁਝ ਹੁੰਦਾ, ਤੇਰੀ ਜਗ੍ਹਾ ਬੇੜਾ ਕਰ ਘੋੜੇ ਤੇ ਗੱਲ ਕਹੀ ਸੀ ਕਿਉਂਕਿ ਉਸ ਪੱਤਰਕਾਰ ਜਿਹੜੀ ਲਾਠੀਚਾਰਜ ਲੈ ਕੇ ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਈਵਨ ਕੇਰਲਾ ਤੱਕ ਜਿਹੜੇ ਸੀ ਲੋਕਾਂ ਨੇ ਪੁਤਲੇ ਸਾੜਦੇ ਸੀ ਵੀ ਪੱਤਰਕਾਰ ਦੇ ਧੱਕੇਸ਼ਾਹੀ ਹੋ ਰਹੀ ਸੀ। ਹੋਮ ਮਿਨਿਸਟਰ ਆਫ ਇੰਡੀਆ ਨੇ ਐਕਸ਼ਨ ਲੈਣਾ ਪਿਆ ਸੀ ਉਦੋਂ। ਇਸ ਕਰਕੇ ਅੱਜ ਮਜੀਠੀਏ ਨੇ ਇਹ ਆਪਣੀ ਧਾਕ ਜਮਾਉਣੀ ਚਾਹੁੰਦਾ ਵੀ ਮੱਝ ਚ ਮੇਰੀ ਅੱਜ ਵੀ ਚੱਲਦੀ, ਤੇ ਪਹਿਲਾ ਐਕਸ਼ਨ ਉਹ ਆਪਣੇ ਲੈਫਟੀਨੈਂਟ ਜਿਹੜਾ ਤਲਬੀਰ ਸਿੰਘ ਗਿੱਲ ਕੋਲੋਂ ਕਰਵਾ ਰਿਹਾ। ਆਉਣ ਵਾਲੇ ਦਿਨਾਂ ਚ ਸਿੱਟੇ ਕੀ ਨਿਕਲਦੇ ਆ ਇਹ ਤਾਂ ਭਵਿੱਖ ਦੀ ਬੁੱਕਲ ਛੱਟਿਆ ਵਾ, ਲੇਕਿਨ ਇਹ ਗੱਲ ਆਮ ਕਹੀ ਜਾ ਰਹੀ, ਭਾਵੇਂ ਕੁਐਸਚਨ ਮਾਰ ਕੇ ਕਹੀ ਜਾ ਰਹੀ ਹੈ ਕਿ ਇਹ ਸਭ ਕੁਝ ਬਿਕਰਮ ਸਿੰਘ ਮਜੀਠੀਏ ਦੀ ਦੇਖ ਰੇਖ ਹੋ ਰਿਹਾ ਜੀ। ਜੀ ਬਿਲਕੁਲ, ਫਿਰ ਇਹਦਾ ਮਤਲਬ ਸਭ ਅੱਛਾ ਨਹੀਂ ਹੈ, ਸਭ ਅੱਛਾ ਨਹੀਂ ਹੈ, ਇਸ ਕੋ ਦੋਰਾ ਮੰਨੇਗਾ, ਸਭ ਅੱਛਾ ਨਹੀਂ ਹੈ। ਬਿਕਰਮ ਮਜੀਠੀਆ ਆਪਣੇ ਆਪ ਨੂੰ ਕਹਿੰਦਾ ਹੁੰਦਾ, ਤੁਹਾਨੂੰ ਮੈਂ ਕਵੇਂ ਕਿ ਕਹਿੰਦੇ ਕੋਲੇ ਸੀਨੀਅਰ ਪੱਤਰਕਾਰ ਨੇ ਟੀਵੀ ਤੇ ਕਹਿਤਾ ਸੀਗਾ ਕਿ ਮਜੀਠੀਆ ਕਿਸੇ ਵੇਲੇ ਵੀ ਅਕਾਲੀ ਦਲ ਨੂੰ ਕੈਪਚਰ ਕਰ ਸਕਦਾ, ਪਰ ਮੈਂ ਉਹਦੀ ਗੱਲ ਨਾਲ ਸਹਿਮਤ ਨਹੀਂ। ਵੱਡੇ ਬਾਦਲ ਸਾਹਿਬ ਜਿੰਦੇ ਨੇ ਉਹ ਕੈਪਚਰ ਕਰਨਾ ਸੌਖਾ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਨੇ ਕੋਈ ਵਿਸ਼ਾਲ ਇਕੱਤਰਤਾ ਦਾ ਫੈਸਲਾ ਲਿਆ ਜੀ। ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਜੀ, ਇਹ ਪਹਿਲੀ ਗੱਲ ਹੋਣ ਚੁੱਕੀ ਹੋਈਆਂ ਜੀ। ਇਹ ਉਦੋਂ ਹੁਣ ਚਾਹੀਆਂ ਜਦੋਂ ਅਕਾਲ ਸ਼੍ਰੋਮਣੀ ਕਮੇਟੀ ਜਿਹੜੀ ਸੀ, ਧਰਮ ਪ੍ਰਚਾਰ ਕਮੇਟੀ ਸੀ, ਉਹ ਸਹੀ ਤਰੀਕੇ ਨਾਲ ਕੰਮ ਨਹੀਂ ਸੀ ਕਰ ਜੀ। ਕਿਤੇ ਵੀ ਕੋਈ ਬੇਅਦਬੀ ਹੁੰਦੀ ਸੀ ਤੇ ਉਹ ਚੁੱਪ ਕਰਕੇ ਇੱਥੇ ਬੈਠੀ ਰਹਿੰਦੀ ਸੀ, ਤੇ ਸ਼੍ਰੋਮਣੀ ਕਮੇਟੀ ਵਾਲੇ ਨੇ 2 ਪ੍ਰਕਾਰ ਦੇ ਪ੍ਰੈਸ਼ਰ ਪੱਕੇ ਰੱਖੇ ਜੀ। ਜੇ ਚੰਗਾ ਹੋ ਗਿਆ ਤੇ ਨਿਸ਼ਲਾਘਾ ਕਰਨੀ ਹੈ, ਮਾੜਾ ਹੋ ਗਿਆ ਤੇ ਪ੍ਰਗਟ ਕਰ ਦੇਣਾ, ਇਹ ਦੂਜਾ ਤੁਰਦੇ ਹੀ ਨਹੀਂ। ਉਦੋਂ ਫਿਰ ਸਤਿਕਾਰ ਕਮੇਟੀ ਉਡਾਈਆਂ ਵੀ ਆਪਾਂ ਕੁਛ ਨਾ ਕੁਛ ਕਰੀਏ, ਜੇ ਕਿਤੇ ਬੇਅਦਬੀ ਹੁੰਦੀ ਤੇ ਆਪਾਂ ਜਾ ਕੇ ਮੋਰਚਾ ਲਾਈਏ। ਤੇ ਸਤਿਕਾਰ ਕਮੇਟੀਆਂ ਫਿਰ ਜਿਹੜੀ ਉਹਦੀ ਨਾ ਆਪਣੀ ਇੱਕ ਲక్ష్మణ ਰੇਖਾ ਉਹ ਕ੍ਰਾਸ ਕਰ ਗਈ, ਕ੍ਰਾਸ ਕਰਕੇ ਜਿੱਥੇ ਲੋਕਾਂ ਦਾ ਸਾਥ ਮਿਲਣਾ ਸੀ ਉੱਥੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਵੀ ਜਾ ਕੇ ਕੁੱਟਮਾਰ ਕਰਨੀ, ਲਾ ਕੇ ਲੋਕਾਂ ਨੂੰ ਬਦਤਮੀਜ਼ੀ ਕਰਨੀ, ਉੱਥੋਂ ਸਰੂਪ ਚੁੱਕ ਕੇ ਲੈ ਆਉਣੀ, ਉੱਥੋਂ ਪੁੱਥੀਆਂ ਚੁੱਕ ਕੇ ਲੈ ਆਉਣੀ, ਇੱਥੇ ਆਂਡੇ ਬਣਦੇ, ਇੱਥੇ ਮੀਟ ਬਣਦੇ ਜੀ। ਔਰ ਮੈਂ ਇੱਕ ਦਿਨ ਇੱਕ ਟੀਵੀ ਚੈਨਲ ਨਾਲ ਲੈ ਕੇ ਸਤਿਕਾਰ ਕਮੇਟੀ ਨੂੰ ਕਿਹਾ ਵੀ ਸੀ, ਭਾਈ ਇਸ ਕਿਤਾਬ ਦੇ ਵਿੱਚ ਲਿਖਿਆ ਵੀ 1937 ਚ ਇੱਕ ਝਟਕਾ ਮੋਰਚਾ ਲੱਗਾ ਸੀ, ਝਟਕਾ ਮੋਰਚਾ। ਹਾਂਜੀ, ਝਟਕਾ ਮੋਰਚਾ ਕਿਉਂ ਲੱਗਾ ਸੀਗਾ? ਝਟਕਾ ਮੋਰਚਾ ਇਸ ਕਰਕੇ ਲੱਗਾ ਸੀ ਵੀ ਜਿਹੜੇ ਮੁਸਲਮਾਨ ਸੀ ਉਹਨਾਂ ਅੰਗਰੇਜ਼ਾਂ ਨੂੰ ਲਿਖਦਾ ਵੀ ਅਸੀਂ ਹਲਾਲ ਖਾਂਦੇ ਆ ਤੇ ਇਹ ਝਟਕਾ ਕਰਦੇ ਤੇ ਸਾਡੇ ਧਰਮ ਤੇ ਠੇਸ ਪੁੱਜਦੀ ਤੇ ਝਟਕਾ ਬੰਦ ਕੀਤਾ ਜਾਵੇ। ਅੰਗਰੇਜ਼ ਸਰਕਾਰ ਨੇ ਬੰਦ ਕਰਤਾ ਸੀ। ਇਹਨਾਂ ਨੇ ਸਿੱਖਾਂ ਨੇ ਅੰਗਰੇਜ਼ ਸਰਕਾਰ ਦੇ ਹੁਕਮ ਮੰਨਣ ਤੋਂ ਜਿਹੜਾ ਸੀ ਉਹ ਪਾਕਿਸਤਾਨ, ਮੈਨੂੰ ਯਾਦ ਨਹੀਂ ਕਿਹੜਾ ਐਕਟ ਸੀਗਾ ਸੀ, ਸ਼ਾਇਦ ਲਾਹੌਰ ਸੀ ਕਿ ਕਿੱਥੇ ਲਾਗੇ ਸੀਗਾ ਜੀ, ਉੱਥੇ ਬਕਾਇਦਾ ਤੌਰ ਤੇ 100 ਬੱਕਰੇ ਇਕੱਠੇ ਕੀਤੇ ਤੇ 100 ਬੱਕਰੇ ਵੱਢ ਕੇ ਝਟਕਾ ਕਰਕੇ ਉਹ ਖਾਧੇ ਗਏ ਸੀ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿਤਾਬ ਲਿਖਿਆ, ਮੈਂ ਆਪਣੇ ਕੋਲ ਕੁਛ ਨਹੀਂ ਕਹਿੰਦਾ, ਜੇ ਖਾਧੇ ਗਏ ਸੀ ਤੇ ਉਦੋਂ ਸਾਡੇ ਤੋਂ ਸਿੱਖ ਜਿਹੜੇ ਕਮਰੇ ਚ ਨਹੀਂ ਸਿਆਣੇ ਹੋਣਗੇ, ਸਾਡੇ ਤੋਂ ਜੱਜ ਸਿਆਣੇ ਹੋਣਗੇ। ਇਸ ਕਰਕੇ ਜਿਹੜੀ ਤੁਸੀਂ ਰਹਿਤ ਮਰਿਆਦਾ ਉਹਦੇ ਵਿੱਚ ਵੀ ਲਿਖਿਆ ਵੀ ਪੁੱਠਾ ਨਹੀਂ ਖਾਣਾ, ਪੁੱਠਾ ਨਹੀਂ ਖਾਣਾ, ਹਲਾਲ ਨਹੀਂ ਖਾਣਾ, ਇਹਦਾ ਮਤਲਬ ਤੁਸੀਂ ਝਟਕਿਆ ਖਾ ਸਕਦੇ। ਤੇ ਜੇ ਸਿੰਘ ਲੜਦੇ ਰਹੇ ਸੀ ਪਿਛਲੇ ਜਿਹੜੇ ਜ਼ਮਾਨੇ ਦੇ ਵਿੱਚ, ਦਾਲ ਪੀ ਕੇ ਥੋੜ੍ਹਾ ਲੜਦੇ ਸੀ ਉਹ ਜੀ ਜੀ, ਉਹ ਤੇ ਫਿਰ ਤੁਹਾਨੂੰ ਪਤਾ ਤਾਕਤ ਵਾਲੀ ਚੀਜ਼ ਖਾਣਗੇ ਤੇ ਫਿਰ ਗੱਲ ਬਣਦੀ ਹੈ। ਹੁਣ ਇਹਨਾਂ ਨੇ ਉਹ ਜਿਹੜੇ ਸੀ, ਇਹਨਾਂ ਨੇ ਉੱਥੇ ਜਾ ਕੇ ਕਹਿਤਾ ਜੀ ਇੱਥੇ ਆਂਡਾ ਬਣਦਾ। ਜਦੋਂ ਇਹ ਜਿਹੜੀ ਸਤਿਕਾਰ ਕਮੇਟੀਆਂ ਤੇ ਕਿੰਤੂ ਕਿਉਂ ਹੋਇਆ ਜੀ, ਤੁਹਾਨੂੰ ਪਤਾ ਹੋਏਗਾ, ਇੱਕ ਵਾਰੀ ਇੱਕ ਪਾਸੇ ਹੈਗਾ ਸੀ ਅਜੀਤ ਸਿੰਘ ਕੁਹਾੜ ਜਿਹੜਾ ਸਾਬਕਾ ਮੰਤਰੀ ਹੁੰਦਾ, ਤੇ ਦੂਜੇ ਪਾਸੇ ਹੁੰਦਾ ਸ਼ਿੰਗਾਰਾ ਸਿੰਘ ਨੂੰਹੀਆ ਜਿਹੜਾ ਆਪਣੇ ਹੈਗਾ ਸੀ ਐਸਜੀਪੀਸੀ ਮੈਂਬਰ ਜੀ। ਇਹਨਾਂ ਦੋਵਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ। ਸਤਿਕਾਰ ਕਮੇਟੀਆਂ ਕਹਿੰਦੀਆਂ ਸੀ ਵੀ ਇਹ ਜਗ੍ਹਾ ਜਠੇਰਿਆਂ ਦੀਆਂ, ਇੱਥੇ ਅਸੀਂ ਖੰਡ ਪਾਠ ਨਹੀਂ ਰੱਖਣ ਦੇਣਾ, ਕਿਉਂ ਅਕਾਲ ਤਖਤ ਤੋਂ ਹੁਕਮਨਾਮਾ ਹੋਇਆ ਵੀ ਕਬਰਾਂ ਦੇ ਉੱਤੇ, ਮੜੀਆਂ ਦੇ ਉੱਤੇ ਜਾ ਕੇ ਤੁਸੀਂ ਖੰਡ ਪਾਠ ਨਹੀਂ ਕਰਾ ਸਕਦੇ। ਹਾਂਜੀ, ਇਹਨਾਂ ਨੇ ਫਿਰ ਜਿਹੜਾ ਸੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਤਿਕਾਰ ਕਮੇਟੀ ਨੇ ਉਹ ਪਾਠੀ ਲੰਮੇ ਪਾ ਕੇ ਕੁੱਟੇ ਸੀ ਤੇ ਜਿਨ੍ਹਾਂ ਦਾ ਕਸੂਰ ਸੀ ਉਹ ਬਚ ਗਏ ਸੀ ਜੀ। ਉਦੋਂ ਫਿਰ ਪਰਚੇ ਵੀ ਕਰਾਏ, ਨਾ ਸਰਕਾਰ ਕਾਲੀ ਸੀ, ਪਰਚੇ ਵੀ ਕਰਾਏ। 55 ਦਿਨ ਮੈਨੂੰ ਯਾਦ ਆ ਵੀ ਜਿਹੜਾ ਸੀ
ਸੁਖਵੰਤ ਸਿੰਘ ਕੋਸਾ ਦੇ ਸਾਥੀ 55 ਦਿਨ ਜੇਲ੍ਹ 'ਚ ਰਹਿ ਕੇ ਆਏ ਸੀ। ਓਕੇ। ਉਹਨਾਂ ਨੇ ਕਿਹਾ ਸੀ ਵੀ ਜੋ ਮਰਜ਼ੀ ਕਰ ਲਓ, ਅਸੀਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇਣੀ ਜੀ। ਬਾਬਾ ਜਿਹੜਾ ਸਾਡਾ ਹੈਗਾ ਸੀ ਬਲਬੀਰ ਸਿੰਘ ਮੁੱਛਲ, ਜਿਹੜਾ ਸੀ ਮਾਝੇ ਜ਼ੋਨ ਦਾ ਇੰਚਾਰਜ ਸੀਗਾ, ਤੇ ਉਹ ਇੱਕ ਵਾਰੀ ਆਪਣੇ ਸਾਥੀ ਨੂੰ ਲਾਲ ਕੇ ਗਿਆ ਸੀ ਇਹਨਾਂ ਦੇ ਆਪਣੇ ਇਸੇ ਪ੍ਰੈਸ ਜੀ ਜਿਹਦਾ ਰੌਲਾ ਪੈਣ ਲਿਆ ਹੁਣ ਕਿ ਭਾਈ ਤੁਸੀਂ ਮਰਿਆਦਾ ਅਨੁਸਾਰ ਦੀ ਬਾਈਲਿੰਗ ਨਹੀਂ ਕਰਦੇ, ਤੇ ਇਹਨਾਂ ਨੇ ਆਪਣੇ ਲੱਖ ਮਰ ਛੱਡ ਕੇ ਤੇ ਡਾਂਗ ਫਰਾਈ ਸੀ ਜੀ। ਡਾਂਗ ਫਿਰ ਕੇ ਪਰਚਾ ਵੀ ਕਰਾਇਆ ਸੀ। 8 ਸਾਲ ਬਾਅਦ ਉਹ ਬਰੀ ਹੋਏ ਸੀ ਬੰਦੇ। ਇਸ ਕਰਕੇ ਸਤਿਕਾਰ ਕਮੇਟੀਆਂ ਬਣੀਆਂ ਸੀ ਇੱਥੋਂ, ਲੇਕਿਨ ਆਪਣੀ ਲక్ష్మణ ਰੇਖਾ ਕ੍ਰਾਸ ਕਰਨ ਦੇ ਉੱਤੇ ਜਿਹੜਾ ਸੀ ਉਹ ਥੋੜਾ ਜਿਹਾ ਗਲਤ ਪਾਸੇ ਤੁਰ ਪਈਆਂ, ਲੋਕਾਂ ਦੀ ਘਿਰਣਾ ਦਾ ਪਾਤਰ ਬਣ ਗਿਆ। ਤੇ ਜਿਹੜਾ ਹੁਣ ਹੁਸ਼ਿਆਰਪੁਰ ਦੇ ਵਿੱਚ ਸਤਿਕਾਰ ਕਮੇਟੀ ਚੁੱਕ ਕੇ ਲੈ ਕੇ ਆਈ ਸੀ ਪ੍ਰਿੰਸੀਪਲ ਦੇ ਕੋਲ ਸਰੂਪ ਜੀ, ਦੋਸ਼ ਕੀ ਸੀਗਾ ਕਿ ਉਹਦੇ ਘਰ ਆਂਡਾ ਬਣਦਾ ਸੀ ਜੀ, ਮੀਟ ਬਣਦਾ ਸੀ। ਮੈਂ ਉਹਨੂੰ ਦੱਸਿਆ ਵੀ ਆਹ ਵੇਖ ਲਓ ਕਿਤਾਬ ਕਹਿੰਦੀ, ਮੈਂ ਤਾਂ ਕੁਝ ਕਹਿੰਦਾ ਨਹੀਂ, ਚੰਗੀ ਗੱਲ ਨਹੀਂ ਬਣਨਾ ਚਾਹੀਦਾ ਜੀ। ਗੁਰੂ ਗ੍ਰੰਥ ਸਾਹਿਬ ਦਾ ਇੱਕ ਵੱਖਰਾ ਕਮਰਾ ਸਾਫ ਸੁਥਰਾ ਹੋਣਾ ਚਾਹੀਦਾ, ਜਿੱਥੇ ਸਵੇਰੇ ਸ਼ਾਮ ਦਾ ਪ੍ਰਕਾਸ਼ ਵੀ ਕੀਤਾ ਜਾਣਾ ਚਾਹੀਦਾ, ਸੰਤੋਖਿਆ ਵੀ ਜਾਣਾ ਚਾਹੀਦਾ, ਪਾਠ ਵੀ ਕੀਤਾ ਜਾਣਾ ਚਾਹੀਦਾ। ਉਹ ਜਹੇਦਾਰ ਕਾਲ ਤੱਕ ਨੇ ਬੜਾ ਸਖਤ ਨੋਟਿਸ ਲਿਆ ਸੀ। ਇੱਥੋਂ ਤੱਕ ਕਹਿਤਾ ਸੀ ਵੀ ਇਹ ਕੋਈ ਮਾਨਤਾ ਪ੍ਰਾਪਤ ਨਹੀਂ ਆ, ਇਹਨਾਂ ਦੀ ਅਸੀਂ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਉਹ ਸਾਡੇ ਨਾਲ ਰਾਬਤਾ ਕਾਇਮ ਕਰੇ, ਸਾਡੀ 5 ਮੈਂਬਰੀ ਟੀਮ ਤਿਆਰ ਹੋ ਜਾਏਗੀ ਜੀ। ਉਹ ਮਰਿਆਦਾ ਜੇ ਕਿਤੇ ਨਹੀਂ ਪੂਰੀ ਹੁੰਦੀ ਦੱਸ ਕੇ ਆਏਗੀ ਮਰਿਆਦਾ ਸਾਡੀ ਕੀ ਹੈਗੀ। ਉਦੋਂ ਫਿਰ ਸਤਿਕਾਰ ਕਮੇਟੀ ਨੂੰ ਝਟਕਾ ਲੱਗਾ ਸੀ, ਲੇਕਿਨ 328 ਸਰੂਪਾਂ ਦੇ ਮਾਮਲੇ ਉੱਤੇ ਸਤਿਕਾਰ ਕਮੇਟੀਆਂ ਦੀ ਕੱਲ ਨੂੰ 10 ਸਤੰਬਰ ਨੂੰ ਪਹਿਲੀ ਮੀਟਿੰਗ ਹੋ ਰਹੀ ਹੈ ਜੀ ਗੁਰਦੁਆਰਾ ਟਾਹਲੀ ਸਾਹਿਬ ਵਿਖੇ। ਉਸ ਮੀਟਿੰਗ ਵਿੱਚ ਜੇ ਕੋਈ ਸਖਤ ਫੈਸਲਾ ਲਿਆ ਗਿਆ ਤੇ ਸ਼੍ਰੋਮਣੀ ਕਮੇਟੀ ਅੱਗੇ ਸਖਤ ਜੇ ਬੈਠੀ ਹੈ ਜੀ, ਹੋਰ ਹਾਸ਼ੀ ਤੇ ਚੱਲ ਜਾਊਗੀ। ਉਹਦੇ ਨਾਲ ਵੇਖੋ 10 ਨੂੰ ਇਹਨਾਂ ਨੇ ਕਰਨਾ ਤੇ 11 ਤੱਕ ਦਾ ਅਲਟੀਮੇਟਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਤਾ ਇਹਨਾਂ ਨੂੰ ਜੀ, ਭਾਈ ਤੁਸੀਂ ਸਰੂਪ ਲੱਭੋ, ਨਹੀਂ ਤੇ 13 ਨੂੰ ਅਸੀਂ ਪ੍ਰੋਟੈਸਟ ਕਰਾਂਗੇ। ਤੇ 14 ਤਰੀਕ ਨੂੰ ਜਿਹੜਾ ਉਹਨਾਂ ਨੇ ਕਹਿ ਦਿੱਤਾ, ਆਪਣੇ ਨੇ ਸ਼੍ਰੋਮਣੀ ਕਮੇਟੀ ਦੇ ਮਾਨ ਨੇ ਅੰਮ੍ਰਿਤਸਰ ਨੇ ਕਹਿ ਦਿੱਤਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ, ਆਪਾਂ ਉੱਥੇ ਮਨਜੀਤ ਸਾਹਿਬ ਗੁਰਦੁਆਰੇ ਇਕੱਠੇ ਹੋ ਕੇ ਮੀਟਿੰਗ ਕਰੀਏ, ਮੀਟਿੰਗ 'ਚ ਆਪਾਂ ਰਣਨੀਤੀ ਬਣਾਈਏ ਤੇ ਪੋਸੀਬਿਲਿਟੀ ਹੈ ਜੀ ਉਸੇ ਦਿਨ ਹੀ ਉੱਥੋਂ ਮੋਰਚਾ ਸ਼ੁਰੂ ਹੋ ਜਾਏ ਤੇ ਮੁੜ ਕੇ ਦਫ਼ਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਕਿਸੇ ਕੰਮ ਨਹੀਂ ਕਰਨ ਦੇਣਾ, ਕਿਉਂ ਬਿਲਕੁਲ ਲਾਗੇ ਨਾਲ ਤਾਂ ਇੱਕ ਮਿੰਟ ਸੜਕ ਹੈ ਜੀ ਪਾਰ ਕਰਨੀ ਛੋਟੀ ਜੀ ਜੀ, ਮੁੜ ਕੇ ਉਹ ਲੋਕਾਂ ਨੂੰ ਉੱਥੇ ਕੰਮ ਨਹੀਂ ਕਰਨ ਦੇਣਾ। ਐਸਜੀਪੀਸੀ ਦੱਸੋ, ਐਸਜੀਪੀਸੀ ਆਪਣੀ ਗੱਲ ਤੋਂ ਤੇ 2 ਵਾਰੀ ਭੱਜੀ ਆ, ਉਹਨੂੰ ਭੱਜਣਾ ਨਹੀਂ ਚਾਹੀਦਾ। ਜਿਹੜੀ ਉਹਨਾਂ ਗੱਲ ਕੀਤੀ ਉੱਤੇ ਪੂਰਨੇ ਪਾਉਣੇ ਚਾਹੀਦੇ, ਜੇ ਉਹ ਨਹੀਂ ਕਰ ਸਕਦੇ ਘੱਟੋ ਘੱਟ ਸਾਡੇ ਸਾਬਕਾ ਜੱਜਾਂ ਕੋਲੋਂ, ਸਾਡੇ ਸਾਬਕਾ ਪੁਲਿਸ ਅਫਸਰਾਂ ਕੋਲੋਂ, ਸਾਡੇ ਵਕੀਲਾਂ ਕੋਲੋਂ ਇੰਤਜ਼ਾਮ ਕਰਾਵੇ ਜੀ ਜੀ। ਗੱਲ ਤੇ 328 ਸਰੂਪ ਲੱਭਣ ਦੀ ਸੀ। ਇਹ ਤੇ ਮੈਂ ਨਹੀਂ ਕਹਿਣਾ ਵੀ 328 ਸਰੂਪ ਚੋਰੀ ਨਹੀਂ ਹੋਏ, ਇਹਨਾਂ ਨੇ ਕਿੱਥੇ ਦਿੱਤੇ ਉਹ ਦੱਸਿਆ ਜਾਵੇ ਵੀ ਇੱਥੇ ਸਰੂਪ ਗਏ, ਬਾਕੀ ਕੋਈ ਗੱਲ ਜੀ। ਜਿਹੜੇ ਤੁਹਾਨੂੰ ਪਤਾ 2014 ਦੇ ਵਿੱਚ ਮੇਰੇ ਖਿਆਲ 17 ਦਸੰਬਰ 2014 ਨੂੰ ਜਿਹੜੇ ਸਰੂਪ ਗਏ ਸੀ ਕੈਨੇਡਾ ਦੇ ਵਿੱਚ, ਜਿਹੜੇ ਇੱਕ ਲੀਡਰ ਨੂੰ ਜਿਹੜੇ ਸੀ ਉਹ ਲੀਡਰਾਂ ਦੀ ਸਲਾਬੇ ਗਏ ਸੀਗੇ, ਉਹ ਸਰੂਪ ਸਲਾਬੇ ਜਾਣ ਤੋਂ ਬਾਅਦ ਉਹਦੇ ਕਿੱਥੇ ਗਏ। ਉਹ ਫਿਰ ਪਤਾ ਕੀਤਾ ਵੀ ਰਿਪੂ ਦਮਨ ਸਿੰਘ ਜਿਹਨੇ ਬੁਲਾਏ ਸੀ, ਉਹਨਾਂ ਨੇ ਫਿਰ ਵੱਖ-ਵੱਖ ਜਿਹੜੇ ਗੁਰਦੁਆਰੇ ਸੀ, ਕਿਤੇ 5 ਪੇਜ ਤੇ, ਕਿਸੇ 10 ਪੇਜ ਤੇ, ਕਿਸੇ 20 ਪੇਜ ਤੇ, ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਹੁਣ ਹੀਟ ਦੇ ਕੇ ਸਟਾ ਵੀ ਲਓ ਤੁਸੀਂ ਜੀ। ਇਹ ਕੀ ਕਰਨ ਸਮਝ ਨਹੀਂ ਕਰ ਕੀ ਰਿਹਾ। ਉੱਥੇ ਇਹਨਾਂ ਨੇ ਗੱਡੀ ਬਣਾਈ ਸੀ, ਇੱਕ ਲਗਜ਼ਰੀ ਗੱਡੀ ਬਣਾਈ ਸੀ ਸਰੂਪਾਂ ਵਾਸਤੇ, ਬੜੀ ਫਸਟ ਕਲਾਸ, ਜਿਹਦੇ ਵਿੱਚ ਸਰੂਪ ਰੱਖੇ ਗਏ ਸੀਗੇ। ਉਹ ਗੱਡੀ ਜਿਹੜੀ ਸੀ ਉਹ ਮੇਰੇ ਖਿਆਲ ਘੱਟੋ ਘੱਟ 20 ਲੱਖ ਦੇ ਕਰੀਬ ਤੋਂ ਹੋਗੀ, ਤੇ ਇਹਨਾਂ ਨੇ ਇੱਥੇ ਪਾਉਂਦੇ ਰਹੇ ਜੀ, ਗੱਡੀ ਇੱਥੇ ਚੱਲਦੀ ਰਹੀ, ਐਕਸੀਡੈਂਟ ਹੋ ਗਈ ਤੇ ਵੇਚੀ ਜੀ। ਜਦੋਂ ਕਿ ਗੱਡੀ ਉਹ ਗਈ ਸੀ ਕੈਨੇਡਾ, ਉੱਥੇ ਖੜੀ ਰਹੀ। ਉੱਥੇ ਇੱਕ ਜਤਿੰਦਰ ਸਿੰਘ ਨਾਂ ਦਾ ਹੈਗਾ ਸੀ ਵਿਅਕਤੀ, ਉਹਨੇ ਉਹ ਗੱਡੀ 8 ਲੱਖ ਦੀ ਖਰੀਦੀ ਇਹਨਾਂ ਕੋਲ। ਝੂਠ ਕਿਉਂ ਬੋਲਦੇ ਹੋ ਜੀ, ਕਿਉਂ ਪਾਪਾਂ ਦੇ ਭਾਗੀ ਬਣਦੇ ਹੋ, ਧਾਰਮਿਕ ਸੰਸਥਾ 'ਚ ਬਹਿ ਕੇ ਝੂਠ ਬੋਲਣ ਦੀ ਉਹਨੂੰ ਕੀ ਲੋੜ ਹੈ। ਸੱਚੀ ਗੱਲ ਦੱਸੋ ਤੁਸੀਂ ਜੀ। ਉਹ 8 ਲੱਖ ਰੁਪਇਆ ਫਿਰ ਜਿਹੜਾ ਇਹਨਾਂ ਦਾ ਹੈਗਾ ਸੀ ਮੁਲਾਜ਼ਮ ਵੈਲਫੇਅਰ ਫੰਡ ਉੱਤੇ ਪਾਇਆ ਗਿਆ। ਇਸੇ ਕਰਕੇ ਆ ਜਿਹੜਾ ਮੋਰਚਾ ਲੱਗਣ ਲੱਗਾ, ਇਹ ਅਕਾਲੀ ਦਲ ਬਾਦਲ ਲਈ ਵੀ ਤੇ ਸ਼੍ਰੋਮਣੀ ਕਮੇਟੀ ਲਈ ਵੀ ਨਵੀਂ ਸਿਰਦਰਦੀ ਪੈਦਾ ਕਰੇਗਾ, ਤੇ ਇਹ ਜਿਹੜਾ ਮੋਰਚਾ ਇਹ ਬਰਗਾੜੀ ਨੂੰ ਭਿਆਨਕ ਹੋਏਗਾ ਜੀ। ਤੇ ਬਰਗਾੜੀਆਂ ਦਾ ਮਾਮਲਾ ਵੀ ਇਹਦੇ ਵਿੱਚ ਹੁਣ ਵਿਚਾਰਿਆ ਜਾਏਗਾ। ਫਿਰ ਇੱਥੇ ਉਹ ਵੀ ਗੱਲ ਉੱਥੇ ਆ ਜਾਣੀ, ਸਰਕਾਰ ਨੂੰ ਵੀ ਉਹ ਜਿਹੜਾ ਭੁਗਤਣੀ ਪਊਗੀ ਗੱਲ। ਬਿਲਕੁਲ ਜੀ ਬਿਲਕੁਲ। ਇਸੇ ਕਰਕੇ ਹੁਣ ਇਹ ਜਥੇਬੰਦੀਆਂ ਉੱਠ ਪਈਆਂ, ਜੇ ਜਥੇਬੰਦੀਆਂ ਨੇ ਸਖਤ ਐਕਸ਼ਨ ਲੈ ਲਿਆ ਤੇ ਫਿਰ ਇਹਨਾਂ ਵਾਸਤੇ ਮੁਸ਼ਕਲ ਹੋਊਗੀ। ਇਹਦੇ ਵਾਸਤੇ ਐਸਜੀਪੀਸੀ ਨੂੰ ਚਾਹੀਦਾ ਵੀ ਇਮੀਡੀਏਟਲੀ ਕੋਈ ਨਾ ਕੋਈ ਨਵੀਂ ਆਪਣਾ ਬਿਆਨ ਦੇਵੇ, ਕਾਰਵਾਈ ਕਰੇ ਜੀ,
ਪਿੱਠ ਨਾ ਬਚਾਵੇ ਕਿਸੇ ਨੂੰ, ਜਿਹੜਾ ਮਰਦਾ ਮਰਦੇ, ਜਿਹੜਾ ਤੁਸੀਂ ਕਾਬੂ ਨਾ ਆਦੇ, ਕਿਉਂ ਬਚਾਉਂਦੇ ਤੁਸੀਂ ਉਹਨਾਂ ਨੂੰ? ਜੀ ਜੀ। ਜੇ ਵੇਖੋ ਜਾਣੇ ਵਾਲੀਆਂ ਸਨ 2018 ਦੇ ਵਿੱਚ ਤੁਸੀਂ 9,80,000 ਰੁਪਏ ਉਹਨਾਂ ਬੰਦੇ ਕੋਲ ਜਮ੍ਹਾਂ ਕਰਾਉਂਦੇ ਤੇ ਫਿਰ ਉੱਥੇ ਨੌਕਰੀ ਤੇ ਕਿਉਂ ਨਹੀਂ ਦਿੱਤਾ ਗਿਆ? ਇਹ ਤਾਂ ਮਤਲਬ ਤੁਹਾਡੀ ਕਿਤੇ ਮਿਲੀ ਭੁਗਤ ਗਈ ਫਿਰ ਹੀ ਹੈ ਨਾ। ਜੀ ਜੀ। ਤੁਸੀਂ ਕਿ ਆਪ ਵੀ ਖਾਓ ਸਾਨੂੰ ਖਾਓ। ਇਸੇ ਕਰਕੇ ਇਹਨਾਂ ਨੂੰ ਕੁਝ ਕਰਨਾ ਪਊਗਾ, ਨਹੀਂ ਕਰਨਗੇ ਤੇ ਬੜੀ ਬੁਰੀ ਤਰ੍ਹਾਂ ਮਾਂਜੇ ਜਾਣਗੇ। ਤੇ ਹੁਣ ਕੱਲ ਨੂੰ ਮੇਰੇ ਖਿਆਲ ਸ਼ਾਇਦ ਹੈਗੀ ਆ ਜਹਦਰ ਕਾਲ ਤਖਤ ਦੀ ਜਿਹੜੀ ਹੈਗੀ ਇੱਥੇ ਕਥਾ ਹੈਗੀ ਮੰਜੀ ਸਾਹਿਬ। ਅੱਛਾ ਜੀ। ਤੇ ਉਹ 2 ਦਿਨ ਦਾ ਕਥਾ ਕਰਨੀ, ਜੇ 2 ਦਿਨ ਕਥਾ ਕਰਨੀ ਤੇ ਪੋਸੀਬਿਲਿਟੀ ਵੀ ਸੰਗਤਾਂ ਉਹਨਾਂ ਦਾ ਵੀ ਘਰਾਓ ਘਰੂ ਕਰਨ ਵੀ ਭਾਈ ਤੁਸੀਂ ਦੱਸੋ ਕਰਕੇ ਰੇਸ ਦੱਸੋ ਸਰੂਪ ਕਿੱਥੇ ਹੈਗੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਤਾਂ ਮੈਂ ਹੈਰਾਨ ਹੈ ਪੱਟੀ ਸਾਹਿਬ ਕਿ ਗੁਰੂ ਮਹਾਰਾਜ ਸਾਡੇ ਲਈ ਸਭ ਤੋਂ ਸਤਿਕਾਰਿਤ, ਅਸੀਂ ਆਪਣੀ ਕੌਮ ਹੀ ਸਭ ਤੋਂ ਵੱਧ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰ ਰਹੇ ਹਾਂ। ਬੜੀ ਮੇਨ ਚੀਜ਼ ਇਹ ਦਾਲੇ ਵਾਲੀ ਸਰ ਸਰੂਪ ਕਿਤੇ ਨਹੀਂ ਗਏ, ਅਸੀਂ ਕਹਿੰਦੇ ਵਾਕਈ ਨਹੀਂ ਗਏ। ਅਸੀਂ ਵੀ ਕਹਿੰਦੇ ਦੱਸ ਦਿਓ ਕਿੱਥੇ ਗਏ, ਜਦੋਂ ਰਿਕਾਰਡ ਸੰਗਤਾਂ ਨੂੰ ਦੇ ਇੱਥੇ ਆਸੂ ਕਿੱਥੇ ਗਏ ਜਾ ਕੇ ਪਤਾ ਕਰਨ ਦੇ ਘਰ ਸਰੂਪ ਮਿਲੇ ਕਿ ਨਹੀਂ ਮਿਲੇ। ਡਰ ਸਿਰਫ ਇਸ ਗੱਲ ਦਾ ਵਾ ਉਸ ਜਗ੍ਹਾ ਜਿਹੜੀਆਂ ਸੀ ਉੱਥੇ ਸਰੂਪ ਨਹੀਂ ਜਾਣੇ ਚਾਹੀਦੇ ਸੀ। ਗਏ ਭਾਵੇਂ ਉਹਨਾਂ ਡੇਰਿਆ ਸੀ ਨੇ ਜਿਹੜੇ ਨਹੀਂ ਜਾਣੇ ਚਾਹੀਦੇ ਉੱਥੇ ਗਏ ਨੇ ਜੀ। ਇਹ ਦੱਸਦੇ ਨਹੀਂ, ਕਹਿੰਦੇ ਉਹ ਦੱਸ ਦਿੱਤਾ ਤੇ ਸਾਡੇ ਕੋਲ ਹੱਥਾਂ ਨਹੀਂ ਹੋਰ ਪੈ ਜਾਣੀ। ਇਸ ਗੱਲ ਤੋਂ ਡਰਦੇ ਜੇ ਦੱਸਦੇ ਨਹੀਂ ਗਏ ਜੀ ਤਾਂ ਦੱਸਣੇ ਪੈਣੇ ਹੁਣ ਆਖਰਕਾਰ ਆ ਕੇ। ਇਹਨਾਂ ਦੇ ਜਿਹੜੇ ਛੋਟੇ ਮੁਲਾਜ਼ਮ ਹੈ ਨਾ ਜੀ ਉਹ ਵੀ ਰੌਲਾ ਪਾਉਣ ਲੱਗ ਪਏ, ਉਹ ਵੀ ਬਗਾਏ ਪੱਤਰਕਾਰ ਨੂੰ ਫੋਨ ਕਰਨ ਲੱਗ ਪਏ ਵੀ ਇੱਥੇ ਆ ਕੁਛ ਹੋ ਰਿਹਾ ਜੀ ਬਤਾਓ SGPC ਨੂੰ। ਕਿੰਨੀਆਂ ਕੁਰਬਾਨੀਆਂ ਦੇ ਕੇ SGPC ਬਣੀ। 1950 ਤੱਕ ਤੁਹਾਨੂੰ ਪਤਾ ਹੋਏਗਾ ਵੀ SGPC ਕੋਲੇ 85 ਦੇ ਗੁਰਦੁਆਰੇ ਕੋਈ ਨਹੀਂ ਸੀਗੇ, ਸਿਰਫ 87 ਜੀ। 85 ਦੇ ਗੁਰਦੁਆਰੇ ਦਾ ਮਤਲਬ ਇਹ ਆ ਵੀ ਜਿਹੜੇ 85 ਦੇ ਗੁਰਦੁਆਰੇ ਉਹ ਸਿੱਧੇ ਇਹਨਾਂ ਦੇ ਅਧੀਨ ਹੁੰਦੇ ਆ SGPC ਦੇ। 87 ਜਿਹੜੀਆਂ ਲੋਕਲ ਕਮੇਟੀਆਂ ਹੁੰਦੀਆਂ ਜੀ। ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਜਿਹੜੀ ਲੋਕਲ ਕਮੇਟੀ ਹੁੰਦੀ ਸੀ ਪਹਿਲਾਂ, ਇਹ ਉਹਨਾਂ ਕੋਲ ਦਸਵੰਧ ਲੈਂਦੇ ਸੀਗੇ ਜੀ। ਇੱਕ ਵਾਰੀ ਲੋਕਲ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਆਪਸ ਵਿੱਚ ਤਕਰਾਰ ਹੋ ਗਿਆ ਤੇ ਇਹਨਾਂ ਦੇ ਵਿੱਚ ਵਾਰ ਕਰ ਲਈ ਸੀ ਆਪਣੇ ਦੋਵਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ। ਕੰਡਿਆਲੀਦਾਰ ਦੀ ਵਾਰ ਕਰ ਲਈ ਸੀ ਜੀ। 1950 ਦੇ ਵਿੱਚ ਫਿਰ ਅਮੈਂਡਮੈਂਟ ਕੀਤੀ, ਉਦੋਂ ਫਿਰ 85 ਧਾਰਾ ਲਿਆਂਦੀ, ਉਹਦੇ ਵਿੱਚ ਜਿਹੜੇ 20 ਲੱਖ ਤੋਂ ਵੱਧ ਗੁਰਦੁਆਰੇ ਸੀ ਉਹ ਇਹਨਾਂ ਨੇ ਫਿਰ ਆਪਣੇ ਅੰਡਰ ਕੀਤੇ ਜੀ ਸਿੱਧੇ, ਉਹ ਕਮੇਟੀਆਂ ਖਤਮ ਕੀਤੀ ਜੀ। ਇਸੇ ਕਰਕੇ 1950 ਤੱਕ SGPC ਦਾ ਕੰਮ ਬਿਲਕੁਲ ਸਹੀ ਢੰਗ ਨਾਲ ਚੱਲਦਾ ਰਿਹਾ। ਲੇਕਿਨ 1950 ਤੋਂ ਬਾਅਦ ਨਾ ਕਦੀ ਇਲੈਕਸ਼ਨ ਸਮੇਂ ਸਿਰ ਹੋਈ ਆ ਤੇ ਨਾ ਸਮੇਂ ਸਿਰ ਹਿਸਾਬ ਸਹੀ ਕਿਸੇ ਨੂੰ ਮਿਲਿਆ। ਦੱਸੋ ਮਿਲਣਾ ਵੀ ਨਹੀਂ ਜੀ, ਮਿਲਣਾ ਵੀ ਨਹੀਂ ਜੀ, ਉਹ ਤੁਹਾਡੀ ਗੱਲ ਸੀ ਨਾ, ਮਿਲਣਾ ਵੀ ਨਹੀਂ ਜਦੋਂ ਹਾਲਾਤ ਹੀ ਰਹੇ ਕਿਹਨੇ ਦੇਣਾ ਤੁਹਾਨੂੰ ਸਾਹਿਬ। ਮੈਂ ਆਪਣੀ ਗੱਲ ਦੱਸਣ ਲੱਗਾ ਜੀ। ਹਾਂਜੀ। ਬਡੂੰਗਰ ਸਾਹਿਬ ਜਿਹੜੇ ਜਦੋਂ 2000 ਦੇ ਵਿੱਚ ਬਣੇ ਨਾ ਆਪਣੇ ਪ੍ਰਧਾਨ ਬਣੇ ਜੀ, ਤੇ ਮੈਨੂੰ ਕਹਿੰਦਾ ਯਾਰ ਤੈਨੂੰ ਅਸੀਂ ਕੁਆਰਡੀਨੇਟਰ ਲਾਉਣਾ SGPC ਚ। ਅੱਛਾ ਜੀ। ਮੈਂ ਕਿਹਾ ਜੀ ਮੇਰੇ ਪਾਸ ਰੋਕ ਨਹੀਂ ਕਿ ਕੁਆਰਡੀਨੇਟਰ ਮੈਨੂੰ ਉਦੋਂ ਚੈਨਲ ਦਾ ਹੈਡ ਲਾ ਕੇ ਗਏ ਸੀਗੇ ਤੇ ਇਹਨਾਂ ਮੇਰੇ ਨਾਲ ਪੌਣਾ ਘੰਟਾ ਮੀਟਿੰਗ ਜਿਹੜੀ ਜੇਠ ਮਹੀਨੇ ਦੇ ਵਿੱਚ ਪੂਰੀ ਗਰਮੀ ਦੇ ਵਿੱਚ ਗੱਡੀ 'ਚ ਬਹਿ ਕੇ ਕੀਤੀ। ਮੈਂ ਦੋਵੇਂ ਬੈਠੇ, ਡਰਾਈਵਰ ਬਾਹਰ ਸੀਗਾ ਜੀ। ਹਾਰ ਕੇ ਮੈਨੂੰ ਜਾਨ ਛਡਾਉਣੀ ਪਈ। ਮੈਂ ਕਿਹਾ ਜੀ 1984 ਜਦੋਂ ਮੈਂ ਇੱਥੇ ਆਇਆ ਸੀਗੀ ਤੇ ਉਦੋਂ ਵੀ ਮੇਰੇ ਦੋਸਤ ਲੱਗੇ ਸੀ, ਮੈਨੂੰ ਕਹਿੰਦੇ ਚੱਲ ਤੈਨੂੰ SGPC ਲਵਾ ਦਿੰਦੇ। ਤੇ ਜਦੋਂ ਮੈਂ ਆਪਣੀ ਮਾਤਾ ਨੂੰ ਜਾ ਕੇ ਦੱਸਿਆ, ਮੇਰੀ ਮਾਤਾ ਨੇ ਮਨਾ ਕਰਤਾ ਸੀ, ਇਹਨੇ ਕਾਕਾ ਉੱਥੇ ਗੁਰਦੁਆਰੇ ਦੇਈਦਾ ਲਈਦਾ ਨਹੀਂ, ਉੱਥੇ ਜਾ ਕੇ ਆਪਾਂ ਨਹੀਂ ਉੱਥੇ ਨੌਕਰੀ ਕਰਦੇ। ਬਿਲਕੁਲ ਸਹੀ ਗੱਲ ਹੈ ਜੀ। ਚਲੋ ਬਾਕੀ ਆਪਾਂ ਹੁਣ ਥੋੜੀ ਜੀ ਪੰਜਾਬੀ ਦੀ ਵੀ ਗੱਲ ਕਰ ਲਈਏ। ਬਿਲਕੁਲ ਕਰਨੀ ਚਾਹੀਦੀ ਹੈ ਜੀ। ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਆ ਉੱਥੇ ਕਹਿੰਦੇ ਰੁਖਸਤ ਕਰ ਦਿੱਤੀ ਹੈ, UT ਬਣਿਆ ਨਹੀਂ ਤੇ ਪੰਜਾਬੀ ਰੁਖਸਤ ਹੋਈ, ਫਿਰ ਕਹਿੰਦੇ ਜੀ ਤੁਸੀਂ ਮੁਸਲਮਾਨਾਂ ਦੇ ਹੱਕ 'ਚ ਕਿਉਂ ਬੋਲਦੇ? ਪੰਜਾਬੀ ਅੱਜ ਨਹੀਂ ਜੀ, ਪੰਜਾਬੀ ਜਦੋਂ ਸਿੱਖ ਰਾਜ ਬਣਿਆ ਉਦੋਂ ਬਹੁਤ ਸਾਰੇ ਪੰਜਾਬੀ ਜਿਹੜੇ ਸਿੱਖ ਦੀ ਖਾਸ ਕਰਕੇ ਇੱਥੋਂ ਉੱਠ ਕੇ ਤੇ ਜੰਮੂ ਕਸ਼ਮੀਰ ਚਲੇ ਗਏ ਜੀ। ਆਪਾਂ ਬਾਰ-ਬਾਰ ਕਦੀ ਚੰਗੇ ਨਹੀਂ ਲੱਗਦੇ, ਤੁਹਾਨੂੰ ਮੈਂ ਅੱਗੇ ਵੀ ਗੱਲ ਕੀਤੀ ਵੀ ਕਸ਼ਮੀਰ 'ਚ 200 ਪਿੰਡ ਸਿੱਖਾਂ ਦੇ ਹੈਗੇ ਜੀ। ਕੱਲ ਜਿਹੜਾ ਉੱਥੇ ਜੰਮੂ 'ਚ ਜਲੂਸ ਨਿਕਲਿਆ, ਉੱਥੇ ਬੱਚੇ ਵੀ ਸ਼ਾਮਲ ਹੋਏ, ਤਖਤੀਆਂ ਭਰ ਕੇ ਸ਼ਾਮਲ ਹੋਏ। ਤੁਸੀਂ ਸਰ ਪਹਿਲਾਂ ਸਾਡਾ ਤੁਸੀਂ ਲੰਗੜਾ ਸੂਬਾ ਕੀਤਾ ਜੀ, ਹੁਣ ਤੁਸੀਂ ਭਾਸ਼ਾ ਦੇ ਆਧਾਰ ਤੇ ਲੰਗੜਾ ਕਰ ਰਹੇ ਹੋ। ਉਹਦੇ ਵਿੱਚ ਹਿੰਦੂ ਵੀ ਸ਼ਾਮਲ ਹੋਏ, ਉੱਥੇ ਮੁਸਲਿਮ ਵੀ ਸ਼ਾਮਲ ਹੋਏ, ਈਸਾਈ ਵੀ ਸ਼ਾਮਲ ਹੋਏ। ਸਿੱਖਾਂ ਦੇ ਜਲੂਸ ਕੱਢਣਾ ਸੀ। ਉਹਨਾਂ ਮਾਰਚ ਕੀਤਾ, ਉਹਨਾਂ ਕਿਹਾ, ਸਿੱਖਾਂ ਨੇ ਕਿਹਾ ਵੀ ਮੁੜ ਕੇ ਤੁਸੀਂ ਕਹਿੰਦੇ ਭਿੰਡਰਾਂ ਵਾਲੇ ਪੈਦੇ ਹੁੰਦੇ ਆ, ਭਿੰਡਰਾਂ ਵਾਲੇ ਕਿਉਂ ਨਾ ਪੈਦਾ ਹੋਣ? ਕਿਉਂ ਜ਼ਿਆਦਤੀ ਕਰਦੇ ਤੁਸੀਂ?
ਇਹ ਸਭ ਤੋਂ ਵੱਧ ਭਾਸ਼ਾ ਪੰਜਾਬੀ ਜਿਹੜੀ ਹੈ ਜੰਮੂ ਕਸ਼ਮੀਰ 'ਚ ਬੋਲੀ ਜਾਂਦੀ ਹੈ ਜੀ, ਜਿੱਥੋਂ ਤੁਸੀਂ ਖਤਮ ਕਰ ਰਹੇ ਹੋ। ਜੇ ਪੰਜਾਬੀ 6ਵੀਂ ਭਾਸ਼ਾ ਨਾਲ ਪਾ ਦੇਣ ਤੁਹਾਨੂੰ ਕੀ ਤਕਲੀਫ ਹੁੰਦੀ ਸੀ ਜੀ। ਉਹਨਾਂ ਨੇ ਕਿਹਾ ਜੋ ਮਰਜ਼ੀ ਹੋ ਜੇ, ਸਾਡੀਆਂ ਸ਼ਹਾਦਤਾਂ ਹੋ ਜਾਣ, ਸਾਡੀ ਗੋਲੀ ਚਲਾ ਦੇ, ਤੁਸੀਂ ਤੋਪਾਂ ਚਲਾ ਦਿਓ, ਅਸੀਂ ਜਿੰਨਾ ਚਿਰ ਪੰਜਾਬੀ ਨੂੰ ਸ਼ਾਮਲ ਨਹੀਂ ਕਰਦੇ ਅਸੀਂ ਤੁਹਾਨੂੰ 17 ਤਰੀਕ ਤੱਕ ਅਲਟੀਮੇਟਮ ਦਿੰਦੇ ਹਾਂ ਜੀ। ਜੇ 17 ਸਤੰਬਰ ਤੱਕ ਤੁਸੀਂ ਨਾ ਕੀਤਾ ਤੇ ਫਿਰ ਅਸੀਂ ਆਪਣੇ ਲੈਵਲ ਤੇ ਵੱਡਾ ਸੰਘਰਸ਼ ਵਿੱਢਾਂਗੇ ਤੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਤੁਸੀਂ ਮੋਦੀ ਸਰਕਾਰ ਜ਼ਿੰਮੇਵਾਰ ਹੋਊ। ਉਹਦੇ ਵਿੱਚ ਨਿੱਕੇ ਨਿੱਕੇ ਬੱਚੇ 10 ਸਾਲ ਦੇ, ਉਹਨਾਂ ਨੇ ਦਸਤਾਰਾਂ ਸਜਾਈਆਂ, ਤੱਚ ਜਿਹੜੇ ਸੀ ਬੈਨਰ ਫੜੇ ਸੀ, ਉਹ ਵੀ ਕਹਿੰਦੇ ਸੀ ਪੰਜਾਬੀ ਲਾਗੂ ਕਰੋ, ਮੋਦੀ ਸਰਕਾਰ ਮੁਰਦਾਬਾਦ, ਬੁਰੇ ਬੁਰੇ ਨਾਰੇ ਮਾਰਨੇ ਸੀ। ਇਸ ਕਰਕੇ ਉੱਥੋਂ ਦੇ ਲੋਕ ਕਾਫੀ ਅਵੇਅਰ ਨੇ। ਉਮੀਦ ਆ ਗੱਲ ਬਣਦੀ, ਜੇ ਨਾ ਬਣੀ ਤੇ ਜੇ ਮੋਰਚਾ ਲੱਗ ਗਿਆ ਤੇ ਕੇਂਦਰ ਸਰਕਾਰ ਲਈ ਇੱਕ ਮਨੀ ਸਿਰਦਰਦੀ ਪੈਦਾ ਹੋਏਗੀ, ਕਿਉਂਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਜੀ। ਜਦੋਂ ਵੇਖੋ ਇਹਨੂੰ ਇਹਨਾਂ ਨੇ ਡਿਊਟੀ ਬਣਾਇਆ ਜੰਮੂ ਕਸ਼ਮੀਰ ਨੂੰ, ਹਾਂਜੀ ਹਾਂਜੀ, ਉਸ ਟਾਈਮ ਦੇ ਉੱਥੇ ਕਈ ਹਿੰਦੂ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ, ਭਾਈ ਤੁਸੀਂ ਸਾਡੀ ਸਟੇਟ ਨੂੰ ਅਪਗ੍ਰੇਡ ਕਰਨ ਦੀ ਡੀਗ੍ਰੇਡ ਕਰਨ ਦੇ ਤੁਸੀਂ ਜੀ। ਰਾਤੋਂ ਰਾਤ ਜਿਹੜਾ ਹੈਗਾ ਸੀ ਰਾਜਪਾਲ ਉਪ ਰਾਜਪਾਲ ਬਣ ਗਿਆ ਜੀ, ਜਿਹੜਾ ਗਵਰਨਰ ਸੀ ਲੈਫਟੀਨੈਂਟ ਗਵਰਨਰ ਬਣ ਗਿਆ। ਮਲਕ ਜਿਹੜਾ ਸੀ ਉਹ ਮੁੜ ਕੇ ਕਹਿੰਦਾ ਯਾਰ ਤੁਸੀਂ ਮੈਨੂੰ ਡਿਮੋਟ ਕਰ ਰਹੇ ਹੋ, ਪ੍ਰਮੋਟ ਕਰ ਰਹੇ ਹੋ। ਉਹਨੂੰ ਫਿਰ ਬਦਲ ਕੇ ਫਿਰ ਦੂਸਰੀ ਸਟੇਟ ਭੇਜਿਆ ਉਹਨਾਂ ਨੇ ਜੀ ਜੀ। ਇਸ ਕਰਕੇ ਜੋ ਭੇਜ ਸਕਦੇ ਹੋ ਤੇ ਚੁੱਪ ਕਰਕੇ ਪੰਜਾਬੀ ਵੀ ਸ਼ਾਮਲ ਕਰ ਲਓ। ਪੰਜਾਬੀ ਸਭ ਤੋਂ ਵੱਧ ਉੱਥੇ ਭਾਸ਼ਾ ਬੋਲੀ ਜਾਣ ਵਾਲੀ ਆ, ਪੜ੍ਹੀ ਜਾਣ ਵਾਲੀ ਆ। ਤੁਸੀਂ ਏਦਾਂ ਨਾ ਕਰੋ, ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਉੱਥੇ ਪੰਜਾਬੀ ਜਾ ਕੇ ਵਸਿਆ। ਉਹਨਾਂ ਨੇ ਉੱਥੋਂ ਜਾ ਕੇ ਪੰਜਾਬੀ ਦੀਆਂ ਕਲਾਸਾਂ ਲੱਗੀਆਂ। ਪੰਜਾਬੀ 'ਚ ਬੜੇ ਲੋਕਾਂ ਨੇ ਉੱਥੇ ਪੁਰਸਕਾਰ ਦਿੱਤੇ ਆ। ਇਸ ਕਰਕੇ ਲੋਕਾਂ ਨੇ 17 ਦਾ ਅਲਟੀਮੇਟਮ ਦੇ ਦਿੱਤਾ ਤੇ ਮੈਂ ਸੋਚਦਾ ਜੀ ਪੰਜਾਬ ਦੀ ਲੀਡਰਸ਼ਿਪ ਨੂੰ ਚੁੱਪ ਕਰਕੇ ਨਹੀਂ ਬਹਿਣਾ ਚਾਹੀਦਾ। ਨਾਲੇ ਮੈਨੂੰ ਆਇਆ ਜੀ, ਮੈਂ ਤਾਂ ਵੇਖਦਾ ਜਿਹੜੇ ਜੰਮੂ ਵਾਲੇ ਆਪਣੇ ਸਿੱਖ ਹਨ ਉਹ ਕੈਮ ਵੀ ਬੜੇ ਆ, ਕੈਮ ਬੜੇ ਹੜਕਾ ਧੜਕਾ ਕਰਨਾ ਹੋਵੇ ਕਿਸੇ ਤਰ੍ਹਾਂ। ਦੇਖੋ ਪੁਲਿਸ ਵਾਲਿਆਂ ਤੇ ਹੋਰ ਕਿੰਨਾ, ਦੇਖੋ ਜੰਮੂ ਦੇ ਵਿੱਚ ਕਿਵੇਂ ਵਾਹਣੀ ਪਾਇਆ ਉਹਨੇ ਕਈ ਮਾਮਲਿਆਂ ਤੇ ਜੀ 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 ਜੀ। ਤੇ ਫਿਰ ਜਿਹੜਾ ਉੱਥੋਂ ਦਾ ਡੀਜੀਪੀ ਆ ਦਿਲਬਾਗ ਸਿੰਘ ਪੰਜਾਬੀ ਆ, ਹਾਂਜੀ, ਉਹਨੂੰ ਪਤਾ ਸੀ ਗੱਲ ਦਾ, ਆਪਣੇ ਪੰਜਾਬ ਦੇ ਹੀ ਆ। ਜਿਹੜੇ ਮਿਜ਼ੋਰਮ ਦੀ ਮੇਘਾਲਿਆ ਦੀ ਗੱਲ ਕਰਦੇ, ਉੱਥੇ ਵੀ ਜਿਹੜੇ ਸਵਰਾਜਮੀਤ ਸਿੰਘ ਅੱਜ ਕੱਲ੍ਹ ਦੇ ਐਡੀਟਰ ਨੇ ਤੁਹਾਡੇ ਆਪਣੇ ਪੰਜਾਬੀ ਟ੍ਰਿਬਿਊਟ, ਉੱਥੇ ਡੀਜੀਪੀ ਸਨ ਉਦੋਂ, ਜਿਹੜੇ ਸਭ ਕੁਝ ਜਾਣਦੇ ਸੀ। ਇਸੇ ਕਰਕੇ ਹੁਣ ਵੇਖੋ ਕੀ ਬਣਦਾ ਜੀ, ਉੱਥੇ ਉਹਨਾਂ ਦਾ ਅਲਟੀਮੇਟਮ ਦਿੱਤਾ ਉਹਨਾਂ। ਚਲੋ ਵੇਖਦੇ ਜੀ ਕੀ ਬਣਦਾ ਪੱਟੀ ਸਾਹਿਬ। ਹਾਂਜੀ, ਤੇ ਜੀ ਹੁਣ ਭਾਈ ਗੁਰਮੇਜ ਸਿੰਘ ਨੂੰ ਪਦਮ ਸ਼੍ਰੀ ਕਹਿੰਦੇ ਜੀ ਦੇਣ ਦੀ ਚੀਫ ਖਾਲਸਾ ਦੀਵਾਨ ਨੇ ਮੰਗ ਕੀਤੀ ਹੈ ਜੀ। ਇਹ ਵਧੀਆ ਮੰਗ ਹੈ ਜੀ, ਬਹੁਤ ਵਧੀਆ ਮੰਗ ਜੀ। ਭਾਈ ਗੁਰਮੇਜ ਸਿੰਘ ਹੋਰੀ ਡਿਜ਼ਰਵ ਕਰਦੇ ਇਸ ਚੀਜ਼ ਜੀ, ਕਿਉਂਕਿ ਭਾਈ ਗੁਰਮੇਜ ਸਿੰਘ ਹੋਰਾਂ ਨੇ 65 ਸਾਲ ਦੀ ਉਮਰ ਤੱਕ ਲਗਾਤਾਰ ਜੀ ਦਰਬਾਰ ਸਾਹਿਬ 'ਚ ਕੀਰਤਨ ਕੀਤਾ ਤੇ ਅੱਖਾਂ ਨਹੀਂ ਸੀ ਹੈਗੀਆਂ ਵਿਚਾਰੇ ਸੂਰਮੇ ਸਿੰਘ ਨੇ। 8 ਸਾਲ ਦੀ ਉਮਰ ਸੀ ਜਦੋਂ ਇਹ ਬਿਮਾਰ ਹੋਏ ਤੇ ਅੱਖਾਂ ਦੀ ਰੋਸ਼ਨੀ ਚਲੀ ਗਈ ਜੀ। ਉਸ ਤੋਂ ਬਾਅਦ ਇਹ ਯਤੀਮਖਾਨੇ ਗਏ, ਉੱਥੇ ਪ੍ਰਵਾਨ ਚੜੇ, ਉੱਥੇ ਪੜ੍ਹੇ, ਉੱਥੇ ਲਿਖੇ, ਉੱਥੇ ਇਹਨਾਂ ਨੇ ਸਾਰਾ ਕੀਰਤਨ ਸਿੱਖਿਆ। ਕੀਰਤਨ ਬੜਾ ਸੋਹਣਾ, ਬਹੁਤ ਸੋਹਣਾ ਜਿਹਦੇ ਕੀਰਤਨ ਕਰਦੇ। ਹੁਣ ਤਾਂ ਚਲੋ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੇ, ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਅਵਾਰਡ ਹੁਣ ਤੱਕ ਮਿਲ ਚੁੱਕੇ। ਸ਼੍ਰੋਮਣੀ ਕਮੇਟੀ ਅਵਾਰਡ ਦਿੱਤਾ, ਵੱਖ-ਵੱਖ ਸੰਸਥਾਵਾਂ ਨੇ ਹੋਰ ਦਿੱਤੇ ਆ, ਨਜ਼ਰੀ ਦਿੱਲੀ ਕਮੇਟੀ ਨੇ ਦਿੱਤਾ ਵਾ, ਫਿਰ ਤੁਹਾਡੇ ਭਾਸ਼ਾ ਵਿਭਾਗ ਨੇ ਅਵਾਰਡ ਦਿੱਤਾ, ਇਹਨੂੰ ਸ਼੍ਰੋਮਣੀ ਰਾਗੀ ਦਾ ਅਵਾਰਡ ਦਿੱਤਾ। ਅਵਾਰਡ ਬੜੇ ਮਿਲੇ ਇਹਨਾਂ ਨੂੰ। ਹੁਣ ਮੈਂ ਸੋਚਦਾ ਵੀ ਜਿਹੜੀ ਚੀਫ ਖਾਲਸਾ ਦੀਵਾਨ ਨੇ ਪਹਿਲੀ ਵਾਰੀ ਕੋਈ ਚਾਹੀਦਾ ਕੰਮ ਕੀਤਾ, ਜੋ ਉਹਦੇ ਪ੍ਰਧਾਨ ਸਾਹਿਬ ਬਣੇ ਨੇ, ਵੀ ਇੱਥੇ ਜਿਹੜਾ ਚੀਫ ਹਜ਼ੂਰੀ ਰਾਗੀ ਜਿਹੜੇ ਰਹੇ ਨੇ ਸਾਡੇ ਭਾਈ ਗੁਰਮੇਜ ਸਿੰਘ, ਉਹਨੂੰ ਪਦਮ ਸ਼੍ਰੀ ਪੁਰਸਕਾਰ ਦੇਣ ਦੀ ਜਿਹੜੀ ਹੈ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਤੇ ਜਿਹੜੇ ਪੁਰੀ ਸਾਹਿਬ ਸਾਡੇ ਮੰਤਰੀ ਉਹਨਾਂ ਨੇ ਇੱਕ ਲੈਟਰ ਲਿਖਿਆ ਜੀ। ਤੁਹਾਨੂੰ ਪਤਾ ਵੀ ਨਿਰਮਲ ਸਿੰਘ ਹੋਰਾਂ ਨੂੰ ਪਦਮ ਸ਼੍ਰੀ ਕਿਵੇਂ ਮਿਲਿਆ ਸੀਗਾ? ਨਹੀਂ, ਦੱਸੋ ਦਿਓ ਜੀ। ਨਿਰਮਲ ਸਿੰਘ ਵੀ ਜਾ ਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਘਰ ਕੀਰਤਨ ਕਰਦੇ ਹੁੰਦੇ ਸੀ, ਰਾਗਾਂ ਚ ਕਰਦੇ ਸੀ। ਡਾਕਟਰ ਮਨਮੋਹਨ ਸਿੰਘ ਰਾਗਾਂ ਦੇ ਬਹੁਤ ਸ਼ੌਕੀਨ ਤੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਪੁਰਸਕਾਰ ਦੇਣਾ ਚਾਹੁੰਦੇ, ਕੋਈ ਨਾ ਕੋਈ ਤੁਹਾਨੂੰ ਪੁਰਸਕਾਰ ਦੇਣਗੇ ਇੱਥੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜੀ। ਤੇ ਜਿਹੜੀ ਉਹਨਾਂ ਦੀ ਵਾਈਫ ਹੈ ਗੁਰਚਰਨ ਕੌਰ, ਉਹ ਕਹਿੰਦੀ ਵੀ ਜੇ ਡਾਕਟਰ ਸਾਹਿਬ ਦੇਣਾ ਹੀ ਵਡਾਟ ਤੇ ਫਿਰ ਨੂੰ ਪਦਮ ਸ਼੍ਰੀ ਦੋ ਰਾਸ਼ਟਰਪਤੀ ਕੋਲ ਜੀ। ਫਿਰ ਡਾਕਟਰ ਮਨਮੋਹਨ ਸਿੰਘ ਨੇ ਬਕਾਇਦਾ ਰਿਕਮੈਂਡ ਕੀਤਾ ਸੀ ਵੀ ਇਹ ਬੰਦਾ ਇਸ ਪਾਸੇ ਡਿਜ਼ਰਵ ਕਰਦਾ ਸੀ, ਰਾਗਾਂ ਚ ਕੀਰਤਨ ਕੰਜ ਡਿਜ਼ਰਵ ਕਰਦਾ, ਤੇ ਫਿਰ ਇਹਨੂੰ ਪਦਮ ਸ਼੍ਰੀ ਮਿਲਿਆ ਸੀ ਜੀ।
ਹੁਣ ਵੀ ਜੇ ਕਿਤੇ ਸ਼੍ਰੋਮਣੀ ਕਮੇਟੀ ਤੇ ਤੁਹਾਡੇ ਪੁਰੀ ਸਾਹਿਬ ਵਗੈਰਾ ਸਾਰੇ ਇਹ ਕਹਿ ਦੇਣ ਤੇ ਇਹਨਾਂ ਨੂੰ ਮਿਲ ਸਕਦਾ ਕਿ ਇਹਨਾਂ ਨੇ ਬੜੇ ਵਾਰਡ ਲਏ, ਬੜੀ ਕੁਰਬਾਨੀ ਕੀਤੀ, ਕੀਰਤਨ ਬਹੁਤ ਸੋਹਣਾ ਕਰਦੇ ਆ। ਉਸ ਤੋਂ ਅੱਗੇ ਚੱਲੀਏ ਆਪਾਂ, ਜਿਹੜੀ ਬਰੇਲ ਲਿਪੀ ਹੈ ਨਾ, ਬਰੇਲ ਲਿਪੀ, ਬਰੇਲ ਲਿਪੀ ਨੂੰ ਇਹਨਾਂ ਨੇ ਬਰੇਲ ਲਿਪੀ ਦੇ ਵਿੱਚ ਇਹਨਾਂ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਉਹ ਕੀਤਾ ਸਾਰਾ। ਉਹ ਕਰਨ ਦਾ ਕਿ ਜਿਹੜੇ ਹੈਗੇ ਆ ਅੱਖਾਂ ਤੋਂ ਆ ਰਹੀ ਨੇ ਲੋਕ, ਉਹ ਜਾ ਰਹੇ ਉਹ ਬਰੇਲ ਲਿਪੀ ਨਾਲ ਪੜ੍ਹਦੇ ਵੀ ਇਹ ਕੀ ਲਿਖਿਆ ਜੀ, ਉਹ ਪ੍ਰਵਾਨ ਚੜ੍ਹਦੇ ਆ, ਉਹ ਪਾਠ ਵੀ ਕਰਦੇ ਤੇ ਕੀਰਤਨ ਵੀ ਕਰਦੇ ਆ ਜੀ। ਇਹ ਵੀ ਇਹਨਾਂ ਦੀ ਵੱਡੀ ਪ੍ਰਾਪਤੀ। ਅਜੇ ਤੱਕ ਇਹ ਬਰੇਲ ਲਿਖੀ ਸੁਖਮਨੀ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੀ ਕਿਸੇ ਨੇ ਕੀਤੀ, ਇਹ ਪਹਿਲੇ ਵਿਅਕਤੀ ਕਰਨ ਵਾਲੇ ਨੇ ਜੀ। ਇਸ ਕਰਕੇ ਇਹ ਡਿਜ਼ਰਵ ਕਰਦੇ ਨੇ, ਇਹਨਾਂ ਨੂੰ ਵਾਕਿਆ ਤੌਰ ਤੇ ਇਹਨਾਂ ਨੂੰ ਮਿਲਣਾ ਚਾਹੀਦਾ। ਮੈਂ ਤੇ ਗੱਲ ਕਹੂੰਗੀ ਇਹਨਾਂ ਨੂੰ ਇਹ ਅਵਾਰਡ ਜਿਹੜਾ ਵਾ ਬਿਨਾਂ ਕਿਸੇ ਦਈ ਤੇ ਮਿਲਣਾ ਚਾਹੀਦਾ ਵਾ। ਤੇ ਜਿਹੜੀ ਭਾਰਤ ਨੇਤਰੀ ਸੇਵਕ ਸੰਸਥਾ ਵਾ, ਸਮਾਜ ਆ, ਲੁਧਿਆਣਾ ਬੀਜੀ ਭਾਨੀ ਇਸਤਰੀ ਕੀਰਤਨ ਦੀ ਸਿਖਲਾਈ ਕੇਂਦਰ ਛਾਟਾ ਬਣਿਆ, ਇਹ ਸਾਰੇ ਇੱਥੇ ਵੀ ਸਾਰੀਆਂ ਸੇਵਾ ਨਿਭਾ ਰਹੇ ਆ ਅਜੇ ਵੀ। ਇੰਨੀ ਉਮਰ ਹੋਣ ਦੇ ਬਾਵਜੂਦ, ਹੁਣ ਤੇ 81 ਸਾਲ ਦੀ ਕਰੀਬ ਉਮਰ ਦੀ ਹੋਣੀ ਆ, ਲੇਕਿਨ ਅਜੇ ਵੀ ਲੋੜ ਪੈਣ ਤੇ ਜਾ ਕੇ ਉੱਥੇ ਬੱਚਿਆਂ ਨੂੰ ਕੁਝ ਦੱਸਦੇ ਜਿੰਨੇ ਜੋਗੇ ਹੈਗੇ ਆ। ਲੇਕਿਨ ਇਹਦਾ ਬੇਟਾ ਮੈਨੂੰ ਮਿਲਦਾ ਹੁੰਦਾ, ਮੈਂ ਕਿਹਾ ਕੀ ਬਾਪੂ ਜੀ ਦਾ, ਕਹਿੰਦਾ ਜੀ ਹੁਣ ਬਹੁਤੇ ਬਿਰਧ ਹੋ ਗਿਆ, ਹੁਣ ਬਹੁਤਾ ਗੱਲ ਭੁੱਲ ਜਾਂਦੀ ਵਿੱਚ ਉਹਨਾਂ ਨੂੰ। ਈਵਨ ਇੱਥੋਂ ਤੱਕ ਵੀ ਮੱਕੜ ਸਾਹਿਬ ਜਦੋਂ ਪ੍ਰਧਾਨ ਬਣੇ ਉਹਨਾਂ ਨੇ ਕਹਿ ਦਿੱਤਾ ਸੀਗਾ ਭਾਈ ਗੁਰਮੇਜ ਸਿੰਘ ਜਦੋਂ ਵੀ ਚਾਹਣ ਜੀ ਦਰਬਾਰ ਸਾਹਿਬ ਜਾ ਕੇ ਹਾਜ਼ਰੀ ਭਰ ਸਕਦੇ ਜੀ। ਇੱਕ ਮੈਨੇਜਰ ਭਜਨ ਸਿੰਘ ਹੁੰਦਾ ਸੀ, ਮੈਨੂੰ ਪੁੱਛੋ ਕਿਵੇਂ ਭਰ ਸਕਦੇ ਹੋ? ਉਹ ਕਹਿੰਦਾ ਨਾ ਜੀ। ਉਹ ਕਲਰਕ ਨੂੰ ਫੋਨ ਕਰਦੇ ਸੀ, ਭਾਈ ਮੈਂ ਹਾਜ਼ਰੀ ਭਰਨੀ, ਮੱਸਿਆ ਤੇ ਭਰਨੀ, ਸ਼ਿੰਗਾਰ ਤੇ ਭਰਨੀ, ਗੁਰੂ ਰਾਮਦਾਸ ਗੁਰਪ ਤੇ ਭਰਨੀ, ਤੁਹਾਨੂੰ ਆਜ਼ਾਦ ਉੱਥੇ ਮਿਲਦੀ ਸੀ ਜੀ। ਇਸ ਕਰਕੇ ਉਹਨਾਂ ਦੀ ਦੇਣ ਹੈ, ਬੜੀ ਵੱਡੀ ਦੇਣ ਹੈਗੀ ਆ ਜੇ ਪਦਮ ਸ਼੍ਰੀ ਕੀਤਾ। ਤੇ ਮੈਂ ਨਾ ਅਸੀਂ ਇਹਦਾ ਸਵਾਗਤ ਕਰਦੇ ਔਰ ਉਹਦਾ ਧੰਨਵਾਦ ਕਰਦੇ ਵੀ ਚੀਫ ਖਾਲਸਾ ਦੇ ਭਗਵਾਨ ਜੀ ਨਿਰਮਲ ਸਿੰਘ ਹੋਰੀਆ, ਚਲੋ ਚੰਗੀ, ਉਹਨਾਂ ਨੇ ਪਹਿਲੀ ਵੀ ਮੇਰੀ ਸਾਹਿਬ ਨੂੰ ਕੁਝ ਐਸਾ ਕੰਮ ਕੀਤਾ। ਜ਼ਰੂਰੀ ਵੀ ਹੈ ਸਾਡੀ ਕੌਮ ਦੇ ਲਈ ਕਿਤੇ ਨਾ ਜੀ 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 ਜੀ। ਕਾਲ ਲੈ ਲਈਏ ਜੀ 9849 ਤੇ ਆਉਣੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਲੀਆ ਸਾਹਿਬ ਤੇ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਹਰਮੇਲ ਧਾਲੀਵਾਲ ਜੀ ਹਰਮੇਲ, ਹਾਂਜੀ ਧਾਲੀਵਾਲ ਵੈਲਕਮ ਜੀ, ਵੈਲਕਮ। ਮੈਂ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਡਿਸਟਰਬ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਆਇਆ ਸੀ, ਮੈਂ ਕਿਹਾ ਹੁਣ ਆਪਣਾਬੀ ਚੈਨਲ ਹੈ, ਮੁੰਡਾ ਇੱਕ ਚਲਾ ਰਿਹਾ ਪੰਜਾਬ ਟੈਲੀਵਿਜ਼ਨ, ਸ਼ਾਇਦ ਤੁਸੀਂ ਸੁਣਦੇ ਹੋਵੋਗੇ ਸਾਰੇ ਜੀ, ਹਰਜਿੰਦਰ ਰੰਧਾਵਾ। ਉੱਥੇ ਆ ਕੇ ਬਹੁਤ ਜਿਹੜੇ IPS IAS IAS ਆ ਕੇ ਬਹੁਤ ਇੰਟਰਵਿਊ ਦੇ ਰਹੇ ਆ, ਮਤਲਬ ਜਿਵੇਂ 1984 ਦੇ ਬਾਰੇ ਜਾਂ ਹੋਰ ਜਿੰਨੇ ਵੀ ਕੋਈ ਧੱਕੇ ਹੋਏ ਆ ਪੰਜਾਬ ਦੇ ਨਾਲ, ਹਨੇ ਬਹੁਤ ਕੁਝ ਬੋਲ ਰਹੇ ਹੋ। ਮਤਲਬ ਸਾਰੇ ਕਾਫੀ ਸੁਪੀਰੀਅਰ ਆ, ਬਜ਼ੁਰਗ ਮਤਲਬ ਅਵਸਥਾ ਦੇ ਵਿੱਚ ਨੇ ਸਾਰੇ ਜੀ। ਤੇ ਹੁਣ ਜਿਹੜਾ ਇੰਨਾ ਕੁਝ ਚੱਲ ਰਿਹਾ ਵਾਦ ਵਿਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਡਾ ਮਤਲਬ ਜਿਹੜਾ ਸਰਵੋਤਮ ਗੁਰੂ ਗ੍ਰੰਥ ਸਾਹਿਬ ਆ ਜਿਹਨੂੰ ਅਸੀਂ ਹਾਜ਼ਰ ਨਾਜ਼ਰ ਆਪਣਾ ਗੁਰੂ ਮੰਨਦੇ ਹਾਂ, ਹੁਣ ਉਹਦੇ ਕਰਕੇ ਕਿਉਂ ਨਹੀਂ ਇੰਨੇ ਬੁੱਧੀਜੀਵੀ ਆ ਜਾਂ ਇੰਨੇ ਜਿਹੜੇ ਅਫਸਰ ਲੈਵਲ ਤੇ ਬੰਦੇ ਬੈਠੇ ਉੱਪਰ ਕਿਉਂ ਨਹੀਂ ਬੋਲ ਰਹੇ ਹੁਣ ਆ ਕੇ? ਕਿਉਂਕਿ ਆਹ ਦੇਖੋ ਜਿਹੜਾ ਬਰਗਾੜੀ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉੱਥੇ ਜਿਹੜਾ ਚੱਲ ਰਿਹਾ ਸੀਗਾ ਨਾ, ਰੋਸ ਵਜੋਂ 2 ਸਿੰਘਾਂ ਦੀ ਉੱਥੇ ਸ਼ਹੀਦੀ ਹੋਈ ਆ ਨਾ, ਉਸ ਤੋਂ ਬਾਅਦ ਜੇ ਹੁਣ ਕੱਲ ਨੂੰ ਜਿਵੇਂ ਹੁਣ ਤੁਸੀਂ ਦੱਸ ਰਹੇ ਆ ਕਿ ਜੇ ਕੱਲ ਨੂੰ ਕੋਈ ਟਕਰਾਅ ਹੁੰਦਾ, ਜੇ ਕੋਈ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਂ ਕਿਸੇ ਸਿੱਖ ਦੀ ਜਾਨ ਚਲੀ ਜਾਂਦੀ ਆ, ਕੀ ਗੱਲ ਉਸ ਤੋਂ ਬਾਅਦ ਹੀ ਕੋਈ ਮਤਲਬ ਗੱਲਬਾਤ ਹੋਣੀ ਹੈ? ਕਿਉਂਕਿ ਇਹ ਹੁਣ ਕਿਉਂ ਨਹੀਂ ਮਤਲਬ ਬੋਲ ਰਹੇ ਗੁਰੂ, ਆਪਾਂ ਅਕਾਲ ਤਖ਼ਤ ਸਾਹਿਬ ਨੂੰ ਸਾਰੇ ਨਮਸਤਕ, ਉਦੋਂ ਆਪਾਂ ਸਭ ਤੋਂ ਜ਼ਿਆਦਾ ਆਪਣਾ ਸੁਪਰੀਮ ਮੰਨਦੇ ਆ, ਉਹਦਾ ਹੁਣ ਜਥੇਦਾਰ ਝੂਠ ਬੋਲ ਰਿਹਾ। ਉਧਰੋਂ ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਲੋਕ ਕਹਿੰਦੇ ਕੁਛ ਹੋਇਆ ਹੀ ਨਹੀਂ, ਜਿਵੇਂ ਤੁਸੀਂ ਸਾਰੀ ਗੱਲਬਾਤ ਦੱਸੀ ਹੈ। ਮੈਂ ਇਹ ਚੀਜ਼ ਚਾਹੁੰਦਾ ਸੀ ਕੀ ਗੱਲ ਉਹਦੇ ਲਈ ਕੋਈ ਬੁੱਧੀਜੀਵੀ ਕੁਛ ਨਹੀਂ ਹੈਗਾ? ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਹੋ ਕਿ ਉਸ ਚੀਜ਼ ਦੀ ਚਿੰਤਾ ਪ੍ਰਗਟਾ ਰਹੇ ਹੋ, ਹੋਰ ਦੂਸਰੇ ਚੈਨਲਾਂ ਦੇ ਉੱਪਰ ਵੀ ਹੈਗਾ। ਮੇਰੇ ਇਹ ਸਵਾਲ ਜੀ ਹਰਮੇਲ ਜੀ, ਇੱਕ ਮਜ਼ਾਕੀਆ ਸਵਾਲ ਆ ਜੀ, ਕੀ ਗੱਲ ਤੁਸੀਂ ਸਾਨੂੰ ਬੁੱਧੀਜੀਵੀ ਸਮਝਦੇ? ਹਰਮੇਲ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਦਰੁਸਤ ਕੀਤੀ ਹੈ, ਲੇਕਿਨ ਜਿਹੜਾ ਵਿਆਹ ਚੁੱਕੇ ਬੰਦੇ ਆਪਣੀਆਂ ਗੱਲਾਂ ਹੁਣ ਕਰਦੇ, ਆਪਣੀ ਨੌਕਰੀ 'ਚ ਕੋਈ ਨਹੀਂ ਬੋਲੇ, ਉਹਦਾ ਵਿਰੋਧ ਕੋਈ ਨਹੀਂ ਕੀਤਾ ਇਹਨਾਂ ਨੇ। ਰੌਲਾ ਤਾਂ ਇਹੀ ਹੈ ਨਾ, ਉਦੋਂ ਛੱਡ ਕੇ ਆਉਂਦੇ, ਜਿਵੇਂ ਸਾਡੇ ਆਪਣੇ ਉਹ ਆਈਏ ਛੱਡ ਕੇ ਆ ਕੇ, ਨਾ ਭੁੱਲ ਗਿਆ ਮੈਨੂੰ ਉਹਨਾਂ ਦਾ, ਉਹ ਛੱਡ ਕੇ ਆ ਕੇ ਸੀ, ਕਹਿੰਦੇ ਮੈਂ ਨਹੀਂ ਕਰਦਾ ਨੌਕਰੀ ਸਾਡੀ। ਸਰਦਾਰ ਕਪੂਰ ਸਿੰਘ ਛੱਡ ਕੇ ਆ ਕੇ ਸੀ, ਮੈਨੂੰ ਨੌਕਰੀ ਨਹੀਂ ਕਰਦਾ, ਮੈਂ ਤੁਸੀਂ ਗਲਤ ਕਰ ਰਹੇ ਹੋ, ਸਾਡੀ ਕੌਮ ਦੇ ਖਿਲਾਫ ਕਰ ਰਹੇ, ਮੈਂ ਨਹੀਂ ਕਰਦਾ ਨੌਕਰੀ ਸਾਡੀ। ਗੁਰਤੇਜ ਹੋਈ, ਉਹ ਛੱਡ ਕੇ ਨੌਕਰੀ ਆ ਗਈ, ਉਹ ਤਾਂ ਕੋਈ ਨਹੀਂ ਬੋਲੇ। ਬਿਲਕੁਲ ਅੱਜ ਜੋ ਕਹਿੰਦੇ ਉਹਦੇ ਆ ਹੋਇਆ ਜੀ, ਉਹ ਤਾਂ ਕੋਈ ਨਹੀਂ ਬੋਲੇ। ਸਰਦਾਰ ਤਰਲੋਚਨ ਸਿੰਘ ਨੂੰ ਮੈਂ ਕਿਹਾ, ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਬੜੇ ਵੱਡੇ ਅਹੁਦਿਆਂ ਤੇ ਰਹਿ ਜੇ, ਦੱਸੋ ਕੀਤਾ ਕੀ ਅਜੇ ਤੱਕ ਕੌਮ ਵਾਸਤੇ? ਗੱਲਾਂ ਕੀਤੀਆਂ। ਰਾਸ਼ਟਰਪਤੀ ਭਵਨ ਤੁਸੀਂ ਰਾਸ਼ਟਰਪਤੀ PR ਹੋ, ਗ੍ਰਹਿ ਮੰਤਰੀ ਦੇ PR ਤੁਸੀਂ ਹੋ, ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਤੁਸੀਂ ਰਹੇ ਹੋ, ਦੱਸੋ ਕੀ ਕੀਤਾ ਅਜੇ ਤੱਕ? ਕੋਈ ਇੱਕ ਦੱਸੋ ਵੱਡਾ ਕੰਮ ਕੀਤਾ ਹੋਵੇ ਕੋਈ?
ਕਹਿੰਦੇ ਜੀ ਰਾਸ਼ਟਰਪਤੀ ਕੀ ਕਰ ਸਕਦਾ। ਮੈਂ ਕਿਹਾ ਰਾਸ਼ਟਰਪਤੀ ਜਿਹੜਾ ਆਰਡਰ ਕਰਦਾ ਪੂਰਾ ਹੁੰਦਾ ਸੀ ਉਸ ਵੇਲੇ, ਜਿਹੜੇ ਮਿਨਿਸਟਰ ਨੂੰ ਮਰਜ਼ੀ ਲੈਟਰ ਲਿਖਦਾ ਉਹਦੇ ਕਿਹੜਾ ਠੀਕ ਹੈ ਜੀ ਓਕੇ। ਹਾਂ ਬਿਲਕੁਲ, ਅੱਜ ਕੱਲ੍ਹ ਰਾਸ਼ਟਰਪਤੀ ਦਾ ਕੋਈ ਸਮਝਦਾ ਕੁਛ ਨਹੀਂ, ਜੋ ਮਰਜ਼ੀ ਤੁਸੀਂ ਮੈਂ ਗੱਲਾਂ ਕਰਦੇ ਇਸ ਗੱਲ ਦੀਆਂ। ਮੈਂ ਕਿਹਾ ਇਸ ਕਰਕੇ ਉਹਨਾਂ ਲੋਕਾਂ ਨੂੰ ਆਉਂਦੇ ਆਈਏ ਸੁਣਦੇ ਆ ਪੁਰਾਣੇ ਲੀਡਰ ਨੇ, ਚੰਗੀ ਗੱਲ ਆਪਣੀ ਜਾਣਕਾਰੀ ਦਿੰਦੇ, ਪਰ ਚੰਗੀ ਗੱਲ ਸੀ ਜਦੋਂ ਉਸ ਮੌਕੇ ਤੇ ਬੋਲਦੇ ਵੀ ਆ ਗਲਤ ਹੋ ਰਿਹਾ, ਅਸੀਂ ਵਿਰੋਧ ਕਰਦੇ ਜੀ। ਜਿਹੜੇ ਲੋਕ ਕਹਿੰਦੇ ਆ ਨਾ ਬਰਾੜ ਡੀਸੀ ਜਿਹੜਾ ਇੱਥੇ ਹੈਗਾ ਸੀ, ਗੁਰਦੇਵ ਸਿੰਘ ਬਰਾੜ ਦਾ ਡੀਸੀ ਜਿਹੜਾ ਸੀ, ਉਹ ਜੀ ਉੱਥੋਂ ਛੱਡ ਕੇ ਚਲੇ ਗਿਆ, ਉਹਨੇ ਸਾਈਨ ਨਹੀਂ ਕੀਤੇ, ਬਿਲਕੁਲ ਗਲਤ ਜੀ। ਕਿਉਂਕਿ ਬਰਾੜ ਦੀ 2 ਮਹੀਨੇ ਦੀ ਛੁੱਟੀ ਪਹਿਲਾਂ ਮਨਜ਼ੂਰ ਹੋਈ ਸੀ, ਉਹਨੇ ਪਹਿਲੀ ਜੂਨ ਨੂੰ ਚਲੇ ਜਾਣਾ ਸੀ, ਚਲੇ ਗਿਆ। ਉਹਦੀ ਗੱਲ ਜਿਹੜੀ ਰਮੇਸ਼ ਚੰਦਰ ਨੇ ਬਿਲਕੁਲ ਸਹੀ ਕੀਤੀ ਸੀ, ਰਮੇਸ਼ ਚੰਦਰ ਨੂੰ ਦੋਸ਼ ਜਿਹਨੇ ਬਾਰ-ਬਾਰ ਬਿਲਕੁਲ ਸਹੀ। ਉਦੋਂ ਰਮੇਸ਼ ਚੰਦਰ ਨੂੰ ਕਿਸੇ ਨੇ ਪੁੱਛਿਆ, ਡੀਜੀ ਥੇ ਅੰਮ੍ਰਿਤਸਰ ਲਾਇਆ ਸੀ, ਉਹ ਸਿੱਧੇ ਚੀਫ ਸੈਕਟਰੀ ਸਾਈਨ ਕੀਤੇ, ਹੋਮ ਸੈਕਟਰੀ ਨੇ ਸਾਈਨ ਕੀਤੇ, ਉਹਦੇ ਤੇ ਪਰਮਿਸ਼ਨ ਦਿੱਤੀ ਜਾਂਦੀ ਹੈ। ਇਸੇ ਕਰਕੇ ਇਹ ਲੋਕਾਂ ਨੂੰ ਚਾਹੀਦਾ ਸੀ ਉਦੋਂ ਬੋਲਣਾ, ਜੇ ਉਦੋਂ ਬੋਲਦੇ ਇਹਨਾਂ ਦਾ ਮੁੱਲ ਪੈਂਦਾ ਇਸ ਗੱਲ ਦਾ। ਲੇਕਿਨ ਫਿਰ ਵੀ ਕਹਿੰਦੇ ਵੀ ਰੰਧਾਵਾ ਸਾਹਿਬ ਮੇਰੇ ਜੀਜ ਨੇ, ਮੇਰੇ ਬੜੇ ਪਿਆਰੇ ਮਿੱਤਰ ਨੇ, ਉਹ ਚੰਗਾ ਕਰ ਰਹੇ ਆ, ਲੋਕਾਂ ਨੂੰ ਜਾਣਕਾਰੀ ਦੇ ਰਹੇ। ਅਸੀਂ ਇਸ ਗੱਲ ਦੀ ਜਿਹੜੀ ਉਹਨਾਂ ਦੀ ਪ੍ਰੋੜਤਾ ਕਰਦੇ ਬਹੁਤ ਚੰਗੀ ਗੱਲ ਆ, ਲੇਕਿਨ ਇਹਨਾਂ ਲੋਕਾਂ ਨੂੰ ਹੀ ਪੁੱਛਣਾ ਚਾਹੀਦਾ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜੀ। ਬਿਲਕੁਲ। ਪੱਟੀ ਸਾਹਿਬ ਛੋਟੀ ਜੀ ਬ੍ਰੇਕ ਲੈ ਲਈਏ ਇੱਕ ਜੀ। ਲੋ ਜੀ, ਲੋ ਬ੍ਰੇਕ ਲਓ ਤੁਸੀਂ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ। ਜੱਸੀ ਆ ਕੀ ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ, ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरी जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661 885 8858 661 885 8858। एड्रेस 2201 साउथ यूनियन एवेन्यू, बेकरफील्ड, कैलिफोर्निया 93307। यूनियन विलेज।
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੀ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੁੜ ਤੋਂ ਸਵਾਗਤ ਹੈ। ਪੱਟੀ ਸਾਹਿਬ, ਤੁਹਾਨੂੰ ਪਤਾ ਵੀ DSP ਬਲਵਿੰਦਰ ਸਿੰਘ ਸੇਖੋਂ ਜਿਹਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਦੇ ਵਿੱਚੋਂ, ਜੀ ਉਹਨੇ ਪੁਲਿਸ ਦੇ ਉੱਤੇ ਬਹੁਤ ਵੱਡੇ ਇਲਜ਼ਾਮਾਤ ਲਾ ਦਿੱਤੇ। ਬਿਲਕੁਲ ਜੀ, ਬਿਲਕੁਲ ਲਾਇਆ ਜੀ, ਉਹਨੇ ਲਾਇਆ ਜੀ। ਕੀ ਕਹਿੰਦਾ ਹੈ? ਵੇਖੋ ਜੀ, ਮੈਂ ਇੱਕ ਉਹਦੀ ਇੰਟਰਵਿਊ ਸੁਣ ਰਿਹਾ ਸੀ, ਉਹ ਜਨਤਕ ਵੀ ਹੋਈ ਹੈ, ਸਭ ਕੁਝ ਹੋਈ ਆ। ਉਹਨੇ ਬਹੁਤ ਕੁਝ ਕਿਹਾ। ਉਹ ਕਹਿੰਦਾ ਵੀ ਇਸ ਵੇਲੇ ਜਿਹੜੀ ਸਾਡੀ ਪੁਲਿਸ ਆ ਉਹ ਪੱਪਟ ਬਣ ਚੁੱਕੀ ਪੋਲੀਟੀਸ਼ੀਅਨ ਜੀ। ਕਹਿੰਦਾ ਮੈਂ ਵੀ ਉਹਨਾਂ ਸ਼ਾਮਲ ਸੀ, ਕਿਉਂਕਿ ਮੇਰੀ ਜਿਹੜੀ ਅਪੁਆਇੰਟਮੈਂਟ ਲੁਧਿਆਣੇ ਚ ਹੋਈ ਸੀ, ਜਿੱਥੇ ਇਹ ਰਹਿੰਦਾ ਆਸ਼ੂ ਰਹਿੰਦਾ ਵਾ, ਮੇਰੀ ਆਸ਼ੂ ਨੇ ਸਿਫਾਰਿਸ਼ ਕੀਤੀ ਸੀ ਬਕਾਇਦਾ ਤੋਂ। ਅੱਛਾ ਜੀ। ਤੇ ਜਿਹੜੀ ਇਨਕੁਆਇਰੀ ਕਰਨ ਵਾਸਤੇ ਮੈਨੂੰ ਦਿੱਤੀ ਸੀ ਸਿੱਧੂ ਸਾਹਿਬ ਨੇ ਵੀ ਇਹ ਇਨਕੁਆਇਰੀ ਕਰੋ, ਇਹ ਇਨਕੁਆਇਰੀ ਕਰਕੇ ਰਿਪੋਰਟ ਦਿਓ, ਜਿਹਦੇ ਕਰਕੇ ਇਹਨੇ ਮੇਰੇ ਨਾਲ ਤੂੰ ਮੈਂ ਕੀਤੀ ਤੇ ਮੇਰੀ ਆਪਸੇ ਬਣੀ ਨਹੀਂ ਇਹਦੀ ਜੀ। ਕਹਿੰਦਾ ਮੈਂ ਉਹ ਇਨਕੁਆਇਰੀ ਕਰਦਾ, ਸਿੱਧੂ ਸਾਹਿਬ ਦੇ ਕਹਿਣ ਤੇ ਮੈਂ ਖੁੱਡੇ ਲੈਣ ਲੱਗ ਗਿਆ, ਮੈਂ ਸਸਪੈਂਡ ਹੋ ਗਿਆ, ਸਭ ਕੁਝ ਹੋ ਗਿਆ, ਮੇਰੀ ਕੁੱਤੇ ਖਾਣੀ ਵੀ ਹੋ ਗਈ। ਲੇਕਿਨ ਸਿੱਧੂ ਸਾਹਿਬ ਆਪਣੀ ਕੋਠੀ ਚੁੱਪ ਕਰਕੇ ਬਹਿ ਗਏ। ਉਹਨਾਂ ਨੂੰ ਚਾਹੀਦਾ ਸੀ ਮੇਰੀ ਪਿੱਠ ਤੇ ਖਲੋਂਦੇ ਜੀ। ਉਹ ਕਹਿੰਦਾ ਅੱਜ ਸਾਡੀ ਪੁਲਿਸ ਦਾ ਹਾਲ ਇਹ ਚੁੱਕਾ, ਕਿਸੇ ਨੂੰ ਇਨਸਾਫ ਮਿਲਣ ਦੀ ਆਸ ਕੋਈ ਨਹੀਂ ਜੀ। ਉਹਨੇ ਇੱਥੋਂ ਤੱਕ ਲਗਾਉਂਦੇ ਬਦਲੇ ਵੀ ਜਿਹੜੇ ਪਟਾ ਪਾਏ ਕੁੱਤੇ ਵਰਗੇ ਬਣ ਚੁੱਕੇ। ਅਸੀਂ ਕਿਸੇ ਵੇਲੇ ਦੁਖੀ ਹੋ ਜਾਂਦੇ, ਖਾਕੀ ਕੁੱਤੇ ਆਏ ਹੋਏ ਅਸੀਂ ਨਾ, ਇਹ ਵੀ ਗੱਲ ਲਾਉਂਦੇ ਇੱਕ ਨਹੀਂ ਨਹੀਂ ਲੰਦੇ, ਲੇਕਿਨ ਪਟਾ ਪਾਏ ਕੁੱਤੇ ਵਰਗੇ ਰੱਖਿਆ। ਪਿਓ ਆਂਦਾ ਵੀ ਥੱਲੇ ਤੋਂ ਇੱਕ ਸਫਾਈ ਤੋਂ ਲੈ ਕੇ ਤੇ DGP ਤੱਕ ਉਹੀ ਕੰਮ ਕਰਦੇ ਜੋ ਪੋਲੀਟੀਸ਼ੀਅਨ ਦਾ ਹੁਕਮ ਹੁੰਦਾ। ਬਿਲਕੁਲ ਜੀ, ਬਿਲਕੁਲ। ਆਪਣੇ ਲੈਵਲ ਤੇ ਕਿਸੇ ਕਿਸਮ ਦਾ ਕੋਈ ਇਨਸਾਫ ਨਹੀਂ ਦਿੰਦੇ ਕਿਸੇ, ਤੇ ਫਿਰ ਆਪਾਂ ਕੀ ਕਹੀਏ? ਫਿਰ ਉਹਨਾਂ ਦੇ ਪਾਲਤੂ ਕੁੱਤੇ ਹੀ ਕਵਾਂਗੇ, ਹੋਰ ਕੀ ਕਵਾਂਗੇ? ਆਂਦਾ ਮੈਂ ਵੀ ਸ਼ਾਮਲ ਰਿਹਾ ਉਹਨਾਂ ਚ, ਇਹ ਚ ਕੋਈ ਦੋ ਗੱਲਾਂ ਨਹੀਂ ਹੈਗੀਆਂ ਜੀ। ਇਸੇ ਕਰਕੇ ਗੱਲ ਤੇ ਭਾਜੀ ਸੱਚੀ, ਅੱਜ ਜੇ ਪੋਲੀਟੀਸ਼ੀਅਨ ਦੇ ਕਹਿਣ ਤੇ DSP ਲੱਗਣੇ, SO ਤੇ ਲੱਗਣੇ, ਉਹ ਆਂਦਾ ਇੱਕ ਤਾਂ ਮੁਨਸ਼ੀ, ਜਿਹੜੇ ਥਾਣੇ ਦੇ ਮੁਨਸ਼ੀ ਲੱਗਣੇ ਉਹ ਵੀ ਮੰਤਰੀਆਂ ਸੰਤਰੀਆਂ ਦੇ ਕਹਿਣ ਤੇ ਲੱਗਣੇ ਆ, ਇਹ ਨਹੀਂ ਲੱਗਣੇ। ਮੰਤਰੀਆਂ ਤੇ ਛੱਡੋ, ਇਹ ਬਹੁਤ ਹੇਠਲੇ ਪੱਧਰ ਤੇ ਆ ਗਈ ਹੈ ਜੀ ਪੁਲਿਸ ਦੇ ਵਿੱਚ ਜਿਹੜੀ ਪੋਲਿਟਿਕਸ ਦੀ ਇੰਟਰਫੀਰੈਂਸ ਹੈ। ਪਹਿਲਾਂ ਤਾਂ ਚਲੋ SSP ਤੱਕ ਹੁੰਦੀ ਸੀ, ਠੀਕ ਹੈ ਜੀ, ਹੋਰ ਸੀ, ਪਰ ਹੁਣ ਤਾਂ ਜਮਾਂ ਹੇਠਲੇ। ਤੁਹਾਡੇ ਵਾਲੀ ਗੱਲ ਵੀ ਚੌਂਕੀ ਇੰਚਾਰਜ ਮੁਨਸ਼ੀਆਂ ਤੱਕ ਵੀ ਆ ਗਿਆ। ਇੱਥੋਂ ਤੱਕ ਕਿ ਜਦੋਂ ਉਹਨੂੰ ਕਿਹਾ ਜੀ ਧਰਮ ਸਰੋਤ ਦੇ ਉੱਤੇ ਤੁਸੀਂ ਇੱਕ ਬੋਲੋਗੇ, ਕਹਿੰਦਾ ਬਿਲਕੁਲ ਗਲਤ ਆ ਜੀ। ਉਹਨੇ ਗਰੀਬਾਂ ਦੇ ਪੈਸੇ ਖਾਧੇ, ਜਿਹੜੇ ਗਰੀਬਾਂ ਨੂੰ ਮਿਲਣੇ ਸੀ ਵਿਚਾਰਿਆਂ ਨੂੰ ਜੀ, ਉਹਨਾਂ ਨੂੰ ਵਾਅਦੇ ਕੀਤਾ। ਉਹ ਸੱਚੀ ਗੱਲ ਵੀ 60-65 ਕਰੋੜ ਰੁਪਏ ਖਾਧਾ ਗਿਆ। ਮੈਂ ਨਹੀਂ ਕਹਿੰਦਾ ਧਰਮ ਸਰੋਤ ਨੇ ਖਾਧਾ ਜੀ, ਜਿੰਨਿਆਂ ਨੇ ਵੀ ਖਾਧਾ ਬੰਦੇ ਫਾਇਦੇ ਟੰਗੇ ਜਾਣੇ ਚਾਹੀਦੇ ਆ ਜੀ, ਕਿ ਦੁਬਾਰਾ ਕੋਈ ਨਾ ਕਰੇ। ਕਹਿੰਦਾ ਉਸ ਤੋਂ ਪਹਿਲਾਂ ਮੈਂ ਗੱਲ ਹੋਰ ਹੀ ਕਹੂੰਗਾ। ਕਹਿੰਦਾ ਭਾਰਤ ਭੂਸ਼ਣ ਜਿਹੜਾ ਖੁਰਾਕ ਮੰਤਰੀ ਆ, ਜਿੰਨੀ ਵੀ ਖੁਰਾਕ ਲੋਕਾਂ ਵਾਸਤੇ ਆਈ ਆ ਉਹਦਾ ਬਹੁਤਾ ਹਿੱਸਾ ਤੇ ਇਹ ਖਾ ਗਿਆ ਲਾਕਡਾਊਨ ਦੇ ਵਿੱਚ। ਈਵਨ ਇਹ ਤੋਂ ਲੋਕੀ ਸ਼ਰਾਬ ਪੀਂਦੇ ਤੇ ਉਹ ਕੈਰੋਸਿਨ ਪੀ ਗਿਆ ਸਾਰਾ ਉੱਥੇ। ਉਹ ਕਹਿੰਦਾ ਵੀ ਇਹਦੀ ਜਾਂਚ ਪਹਿਲਾਂ ਹੋਣੀ ਚਾਹੀਦੀ ਹੈ, ਇਹ ਵੀ ਦੋਸ਼ੀ ਹੈ, ਕਿਉਂ ਨਹੀਂ ਇਹਨੂੰ ਕਾਰਵਾਈ ਕੀਤੀ? ਕਹਿੰਦਾ ਉਦੋਂ ਬੈਂਸਨ ਨੇ ਵੀ ਰੌਲਾ ਪਾਤਾ, ਸਾਰੇ ਰੌਲਾ ਪਾ ਤੋਂ ਝਲ ਛੱਡ ਕੇ ਮੁੜ ਕੇ ਬੋਲੇ ਕੋਈ ਨਹੀਂ। ਸਭ ਕੁਝ ਸਾਬਤ ਹੋ ਗਿਆ ਜੀ, ਫਲਾਣੇ ਹੋਟਲ ਤੇ ਫੜੇ ਗਿਆ, ਫਲਾਣੀ ਜੀ ਢਿੰਗੜੀ ਜੀ ਫੜੀ ਗਈ, ਕਿਉਂ ਨਹੀਂ ਕਾਰਵਾਈ ਕੀਤੀ ਗਈ ਉਦੋਂ? ਉਹਨੇ ਬੜੇ ਸਖਤ ਲਹਿਜੇ 'ਚ ਗੱਲ ਕਹੀ ਆ ਕਿ ਕੈਰੋਸਿਨ ਪੀ ਗਿਆ, ਜਿਹੜੀ ਪੀਣ ਵਾਲੀ ਚੀਜ਼ ਨਹੀਂ, ਕਿ ਵਰਤਣ ਵਾਲੀ ਚੀਜ਼ ਆ। ਕਹਿੰਦੇ ਗਰੀਬਾਂ ਦੇ ਘਰਾਂ ਤੱਕ ਜਾਣਾ ਸੀ, ਉਹ ਉਹਨਾਂ ਨੂੰ ਰੋਟੀ ਪਕਾਉਣ ਵਾਸਤੇ ਵਰਤਣਾ ਸੀ, ਆਪਣੀ ਚਾਹ ਬਣਾਉਣ ਵਾਸਤੇ ਵਰਤਣਾ ਸੀ, ਉਹਨਾਂ ਦੇ ਸਟੋਵ ਸੁਭਾ ਉਹਨਾਂ ਆਪਣੇ ਦੀਵੇ ਜਗਾਉਣੇ ਸੀ ਘਰਾਂ ਜਾ ਕੇ ਜੀ। ਇਸ ਕਰਕੇ ਤੁਸੀਂ ਧਰਮ ਸਰੋਤ ਦੇ ਖਿਲਾਫ ਤੇ ਕਾਰਵਾਈ ਕਰਨੀ ਹੈ। ਉਹਨੂੰ ਪਹਿਲਾਂ ਨਾਲ ਆਸ਼ੂ ਦੇ ਖਿਲਾਫ ਵੀ ਕਾਰ ਕਰੋ, ਇਹਦੇ ਵਿੱਚੋਂ ਕੱਢੋ ਜਿਹੜਾ ਇਹਨੇ ਮਾਲ ਖਾਧਾ ਲਾਕਡਾਊਨ ਦੇ ਵਿੱਚ। ਪਾਓ ਕੋਈ ਸਿੱਟੋ ਜੀ ਜੀ।
ਤੇ ਉਧਰ ਫਿਰ ਉਹ ਖੰਨੇ ਵਾਲੇ ਦਾ ਕੀ ਬਣਿਆ ਜੀ SHO ਦਾ? ਵੇਖੋ ਜੀ, ਖੰਨੇ ਵਾਲੇ SHO ਨੂੰ ਬਚਾਉਣ ਦੇ ਵਿੱਚ ਪੂਰੀ ਤਰ੍ਹਾਂ ਪੁਲਿਸ ਲੱਗੀ। ਅੱਜ ਦੀ ਡੇਟ ਦੇ ਵਿੱਚ ਵੀ ਵੇਖੋ, ਖੰਨੇ ਵਾਲੇ ਤੁਸੀਂ ਉਦੋਂ ਗ੍ਰਿਫਤਾਰ ਕੀਤਾ, ਉਦੋਂ ਆ ਕੇ ਉਹ ਪੇਸ਼ ਹੈ ਜਦੋਂ ਸੁਪਰੀਮ ਕੋਰਟ ਨੇ ਕਿਹਾ ਨਹੀਂ ਕੋਈ ਬੇਲ ਨਹੀਂ। ਉਹਨੂੰ ਤੁਸੀਂ ਖੁੱਲੀ ਛੁੱਟੀ ਦੇਤੀ ਵੀ ਆਪਣੀ ਬੇਲ ਕਰਾ ਲਾ ਤੇ ਆਪਣੇ ਬਾਰ-ਬਾਰ ਚੱਲਣ ਤੇ ਜਾਣਾ ਤੂੰ, ਲੇਕਿਨ ਉਹ ਬੇਲ ਨਹੀਂ ਹੋਈ। ਉਹ ਪੇਸ਼ ਹੋਇਆ, VIP ਟ੍ਰੀਟਮੈਂਟ ਦਿੱਤਾ ਗਿਆ, ਉਹਨੂੰ ਕਿਸੇ ਹੱਥਕੜੀ ਨਹੀਂ ਲਾਈ, ਪ੍ਰਾਈਵੇਟ ਗੱਡੀ 'ਚ ਭੁਗਤਾਇਆ ਗਿਆ ਤੇ ਅਖੀਰ ਜੇਲ੍ਹ ਪੁੱਜ ਗਿਆ। ਹੁਣ ਉਹਦੇ ਵਿੱਚ ਸੈਣੀ ਦੀ ਗੱਲ ਕੀਤੀ ਹੈ। ਹੁਣ ਸੈਣੀ ਦੀ ਗੱਲ ਕਰਦੇ ਆ। ਸੈਣੀ ਦੀ ਅੱਜ ਗ੍ਰਿਫਤਾਰੀ ਵਾਸਤੇ ਅੱਜ ਤੇਜਾ ਆ ਗਿਆ ਵਾ ਸਾਡਾ ਦਲ ਖਾਲਸਾ ਜੀ। ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਜਿਹੜਾ ਵੀ ਸੈਣੀ ਨੂੰ ਫੜਵਾਏਗਾ ਉਹਨੂੰ ਦਲ ਖਾਲਸਾ 골ਡ ਮੈਡਲ ਨਾਲ ਸਨਮਾਨਿਤ ਕਰੇਗਾ। ਤੇ ਫੜਾਉਣਾ ਕਿਹਨੇ ਆ ਜੀ? ਕੱਲ ਤੁਸੀਂ, ਮੈਂ ਉਹਦੀ ਪੂਰੀ ਨਹੀਂ ਸੁਣੀ ਨਹੀਂ, ਮੈਂ ਥੋੜੀ ਹੈਡਿੰਗ ਜਿਹਾ ਵੇਖਿਆ ਸੀਗਾ ਤ੍ਰਿਪਤ ਬਾਜਵੇ ਦਾ। ਉਹ ਕਹਿੰਦਾ ਵੀ ਸੈਣੀ ਦੀ ਕੋਠੀ ਚ ਤਲਾਸ਼ੀ ਤੋਂ ਨਹੀਂ ਜਾ ਕੇ ਸਿੱਟਣ ਲਈ, ਜੇ ਫੜਨਗੇ ਤਲਾਸ਼ੀ ਲੈਂਦੇ ਕਿਉਂ ਨਹੀਂ ਲਈ ਉਹਦੀ ਜਾ ਕੇ? ਸੈਣੀ ਕਿਤੇ ਨਹੀਂ ਗਿਆ। ਸੈਣੀ ਆਪਣੀ ਕੋਠੀ ਚ ਐਵੇਂ ਦਿੱਲੀ ਦੱਖਣ ਦਾ ਭੌਗਲਾ ਪਾਈ ਜਾਵੋ। ਇਹਨਾਂ ਨੇ ਇਹ ਵੀ ਗੱਲ ਕੀ ਦਲ ਖਾਲਸਾ ਨੇ ਵੀ ਜੇ ਦਿੱਲੀ ਗਿਆ, ਜਿਹਨੇ ਨੂੰ ਪਨਾਹ ਦਿੱਤੀ ਭਾਵੇਂ ਕਿਸੇ ਵੀ ਰੰਗ ਤੇ ਕਿਉਂ ਨਾ ਹੋਵੇ, ਉਹ ਵੀ ਬਰਾਬਰ ਦਾ ਦੋਸ਼ੀ ਬਣਦਾ ਜੀ। ਆਮ ਬੰਦੇ ਨੇ ਗੁਨਾਹ ਕੀਤਾ ਹੋਵੇ ਤੇ ਪੁਲਿਸ ਨੇ ਡੰਗਰੀ ਵੀ ਖੋਲ ਕੇ ਲਿਆਉਂਦੀ, ਰਿਸ਼ਤੇਦਾਰ ਚੁੱਕ ਕੇ ਥਾਣੇ ਲਾਉਂਦੀ, ਇਹਦੇ ਕੋਲ ਲੈਣੇ ਜਾਂਦੇ ਜੀ। ਥਾਣਾ ਭਰ ਲੈਂਦੀ ਹੈ ਜੀ, ਲੋੜ ਹੋਵੇ ਤਾਂ ਥਾਣਾ ਭਰ ਲੈਂਦੀ ਹੈ। ਕਈ ਵਾਰੀ ਬੰਦਾ 10 ਦਿਨ ਜੇ ਪੇਸ਼ ਨਹੀਂ ਹੁੰਦਾ ਤਾਂ ਜਿਹੜੇ ਡੰਗਰ ਭੁੱਖੇ ਮਰ ਜਾਂਦੇ ਉੱਥੇ ਜੀ। ਇਸ ਕਰਕੇ ਉਹ ਦਲ ਖਾਲਸਾ ਨੇ ਕਿਹਾ ਵੀ ਅਸੀਂ 골ਡ ਮੈਡਲ ਨਾਲ ਸਨਮਾਨਿਤ ਕਰਾਂਗੇ ਤੇ ਜਿਹੜਾ ਬੰਦਾ ਪਨਾਹ ਨੂੰ ਦੇਊਗਾ ਉਹਦੇ ਖਿਲਾਫ ਵੀ ਕਾਰਵਾਈ ਕਰਨੀ ਅਸੀਂ ਹਾਈ ਕੋਰਟ ਜਾਵਾਂਗੇ ਜੀ। ਹੁਣ ਅੱਗੇ ਵੇਖੋ ਇਹ ਕਰਦੇ ਕੀ ਆ, ਕੋਈ ਦੋ ਰਾਵਾਂ ਨਹੀਂ ਅੱਗੇ। ਮੈਂ ਅੱਜ ਵੀ ਕਹਿਣਾ ਉਹ ਕਿਤੇ ਨਹੀਂ ਗਿਆ, ਉਹ ਆਪਣੀ ਕੋਠੀ 'ਚ। ਇਹਨਾਂ ਦੀ ਹਿੰਮਤ ਨਹੀਂ ਜਾ ਕੇ ਉਹਦੀ ਫਲ ਠਕਣ, ਕਿਉਂਕਿ ਉਹਨੂੰ ਸ਼ੈਲਟਰ ਪੁਲਿਸ ਆਪ ਦੇ ਰਹੀ, ਭਾਈ ਤੂੰ ਆਪਣਾ ਬਚਾਅ ਕਰ ਲੈ, ਆਪਣੀ ਬੇਲ ਕਰਾ ਲਾ ਜੀ। ਇਹਦੇ ਉੱਤੇ ਜਸਟਿਸ ਰਣਜੀਤ ਸਿੰਘ ਨੇ ਕਿਹਾ, ਜਸਟਿਸ ਰਣਜੀਤ ਸਿੰਘ ਜਿਹੜਾ ਬਹਿਬਲ ਕਲਾਂ ਕਾਂਡ ਦੀ ਤੇ ਕੋਟਕਪੂਰਾ ਕਾਂਡ ਦੀ ਜਾਂਚ ਕੀਤੀ ਹੈ, ਉਹਨਾਂ ਨੇ ਇੰਨੀ ਗੱਲ ਕਹੀ ਵੀ ਸਮੇਰ ਸਿੰਘ ਸੈਣੀ ਨੂੰ ਅਸੀਂ ਆਪਣੀ ਰਿਪੋਰਟ 'ਚ ਦੋਸ਼ੀ ਠਹਿਰਾਇਆ ਸੀ ਵੀ ਗੋਲੀ ਇਹਦੇ ਕਹਿਣ ਤੇ ਵੀ ਚੱਲੀ ਹੈ। ਇਹਨੂੰ ਵੀ ਕੋਰਟ ਨੇ ਰਿਲੀਫ ਦਿੱਤੀ ਹੈ ਵੀ ਜਦੋਂ ਤੁਸੀਂ ਗ੍ਰਿਫਤਾਰ ਕਰਨ ਨੂੰ 7 ਦਿਨ ਦਾ ਕਿ 10-15 ਦਾ ਨੋਟਿਸ ਪਹਿਲਾਂ ਦਿਓ ਜੀ। ਉਹ ਰਿਲੀਫ ਦਿੱਤੀ, ਉਹ ਰਿਲੀਫ ਨਹੀਂ ਸੀ ਮਿਲਣੀ ਚਾਹੀਦੀ ਇਹਨੂੰ। ਉਹ ਵੀ ਅੱਜ ਕਹਿੰਦੇ ਵੀ ਇਹ ਕਾਨੂੰਨ ਦੀ ਸ਼ਰਿਆਵਾਂ ਲੰਘਣਾ ਵਾ, ਪੁਲਿਸ ਵਾਕਈ ਕੰਮ ਨਹੀਂ ਕਰ ਰਹੀ ਜੀ। ਪੁਲਿਸ ਚਾਹਵੇ ਤੇ ਇਹਦੀ ਗ੍ਰਿਫਤਾਰੀ ਕੋਈ ਔਖੀ ਨਹੀਂ ਹੋਈ, ਮਿੰਟੋ ਮਿੰਟੀ ਗ੍ਰਿਫਤਾਰੀ ਹੋ ਜੂ ਜੀ। ਇਸ ਤੇ ਪੁਲਿਸ ਨੂੰ ਚਾਹੁੰਦੀ, ਉਹਨਾਂ ਵੀ ਇਸ ਗੱਲ ਤੇ ਜਿਹੜਾ ਇਤਰਾਜ਼ ਕੀਤਾ ਜੀ। ਤੇ ਉਧਰ ਪੱਤਰਕਾਰਾਂ, ਭਾਰਤ ਦੇ ਵਿੱਚ ਵੀ ਪੱਤਰਕਾਰਾਂ ਦੇ ਕੋਈ ਜਿਹੜੇ ਨੇ ਬਹੁਤਾ ਸਿਖਾਵੇ ਨਹੀਂ ਆ ਰਿਹਾ ਕਿ ਸਿੱਧੀ ਗੱਲ ਕਹੀ ਕਿ ਚੀਨ ਦੇ ਪੱਤਰਕਾਰਾਂ ਦੀ ਤੇ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਤਾਂ ਡੈਮੋਕ੍ਰੇਸੀ ਨਹੀਂ ਹੈ, ਪਰ ਭਾਰਤ ਦੇ ਵਿੱਚ ਤਾਂ ਕਹਿੰਦੇ ਲੋਕਤੰਤਰ ਹੈ। ਪਹਿਲਾਂ ਅਦਾਲਤੀ ਸਿਸਟਮ ਤੇ ਹੁਣ ਪੱਤਰਕਾਰਤਾ ਸਿਸਟਮ ਦੀ ਸੰਘੀ ਕੁੱਟੀ ਜਾ ਰਹੀ ਹੈ, ਲੋਕਤੰਤਰ ਦੀ ਸੰਘੀ ਕੁੱਟੀ ਜਾ ਰਹੀ ਹੈ। ਇਹਦੇ ਵਿੱਚ ਦੋ ਨੇ ਜੀ। ਇੱਕ ਜਨ ਸੰਘਰਸ਼ ਮੰਚ ਚੱਲਦਾ, ਉਹਦੇ ਪ੍ਰਧਾਨ ਦੇ ਪ੍ਰਦੀਪ ਸਨਾ। ਅੱਛਾ ਜੀ। ਇਹ ਕਰਦੇ ਕਿ ਜਿਹੜੀ ਫਰਜ਼ੀ ਖਬਰਾਂ ਹੁੰਦੀਆਂ ਨਾ ਉਹਦੀ ਤਫਸੀਲ ਕਰਕੇ ਇਹਨਾਂ ਆਲਟ ਨਿਊਜ਼ ਆਪਣੀ ਇੱਕ ਪਲੇਟਫਾਰਮ ਖੋਲਿਆ ਵਾ। ਅੱਛਾ ਜੀ। ਉਹਦੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਵੀ ਇਹ ਜਿਹੜੀਆਂ ਫੇਕ ਖਬਰਾਂ ਹੈਗੀਆਂ ਇਹਨਾਂ ਦਾ ਕੋਈ ਨੋਟਿਸ ਨਾ ਲਿਆ ਜਾਵੇ। ਹੁਣ ਕਿਸੇ ਵਿਅਕਤੀ ਨੇ ਕੀ ਕੀਤਾ ਵੀ ਆਪਣੀ ਇੱਕ ਛੋਟੀ ਜੀ ਬੱਚੀ ਦੀ ਫੋਟੋ ਲਾ ਕੇ, ਵੀ 10 ਸਾਲ ਦੀ ਬੱਚੀ ਦੀ ਫੋਟੋ ਲਾ ਕੇ ਤੇ ਆਪਣੀ ਮੇਲ ਦੇ ਉੱਤੇ ਇਹਨਾਂ ਦਾ ਜਿਹੜਾ ਬੰਦਾ ਨਾਲ ਸਾਥੀ ਸੀ ਮੁਹੰਮਦ ਜ਼ਬੈਰ ਜੀ, ਉਹਨੂੰ ਗਾਲਾਂ ਕੱਢੀਆਂ। ਉਹਨੇ ਉਹਨੂੰ ਕਿਹਾ ਵੀ ਸਤਿਕਾਰਯੋਗ ਜੀ, ਵੀਰ ਜੀ, ਤੁਸੀਂ ਮੈਨੂੰ ਗਾਲਾਂ ਜਿੰਨੀਆਂ ਮਰਜ਼ੀ ਕੱਢ ਲਓ, ਮੈਂ ਤੁਹਾਡਾ ਗਾਲਾਂ ਚ ਨਹੀਂ ਦੇਣਾ। ਤੁਸੀਂ ਆਪਣੀ ਪ੍ਰੋਫਾਈਲ ਤੇ ਜਿਹੜੀ ਤਸਵੀਰ ਇੱਕ ਬੱਚੀ ਦੀ ਲਾਈ ਇਹਨੂੰ ਹਟਾ ਦਿਓ ਜੀ। ਲਾਉਣੀ ਤਸਵੀਰ ਤੁਸੀਂ ਆਪਣੀ ਲਾਓ, ਨਾਲੇ ਤੁਹਾਡਾ ਪਤਾ ਲੱਗੇ ਤੁਸੀਂ ਕੌਣ ਜੇ। ਗੱਲ ਕਿਹਦੀ ਸਿਆਣੀ ਕੀਤੀ ਉਹਨੇ, ਬਿਲਕੁਲ ਜੀ। ਲੇਕਿਨ ਜਿਹੜੀ ਸਾਡਾ ਹੈਗਾ ਵਾ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ, ਉਹਨੇ ਇਹਦਾ ਉਲਟ ਨੋਟਿਸ ਲਿਆ। ਅੱਛਾ ਜੀ। ਕਹਿੰਦਾ ਜ਼ਬੈਰ ਕੌਣ ਹੁੰਦਾ ਬੱਚਿਆਂ ਦੇ ਟਿੱਪਣੀ ਕਰਨ ਵਾਲਾ। ਅੱਛਾ ਜੀ। ਉਹਨਾਂ ਨੇ ਪੁਲਿਸ ਨੂੰ ਸਿਫਾਰਿਸ਼ ਕਰਤੀ ਆ ਵੀ ਮੁਹੰਮਦ ਜ਼ਬੈਰ ਦੇ ਖਿਲਾਫ ਜਿਹੜਾ ਵਾ ਵਿਰੁੱਧ ਕੇਸ ਦਰਜ ਕੀਤਾ ਜਾਵੇ ਜੀ। ਮਾੜਾ ਉਹਨੇ ਕੀ ਕੀਤਾ, ਉਹਨੇ ਤੇ ਉਹਨੂੰ ਪਿਆਰ ਨੂੰ ਸਮਝਾਇਆ ਵੀ ਆਪਣੀ ਤਸਵੀਰ ਲਾ, ਇਹ ਬੱਚੇ ਦੀ ਤਸਵੀਰ ਲਾ ਕੇ ਤੂੰ ਗੱਲ ਨਾ ਕਰਨੀ, ਆਪ ਕਰ, ਤੂੰ ਗਾਲਾਂ ਕੱਢਦਾ, ਤੇਰਾ ਮੈਂ ਗਾਲਾਂ ਦਾ ਗੱਲ ਜਵਾਬ ਨਹੀਂ ਦੇਣਾ ਜੀ।
ਕਮਿਸ਼ਨ ਨੇ ਜਿਹੜੇ ਗਾਲਾਂ ਕੱਢੀਆਂ ਉਹਦਾ ਨੋਟਿਸ ਨਹੀਂ ਲਿਆ। ਕਮਿਸ਼ਨ ਨੇ ਇਹ ਨੋਟਿਸ ਲੈ ਲਿਆ ਵੀ ਬੱਚੇ ਦੀ ਤਸਵੀਰ ਲਾਈ, ਤੂੰ ਕੋਲੋਂ ਰੋਕਣ ਵਾਲਾ। ਜੀ ਜੀ। ਅੱਗੇ ਪਾਸੇ ਚੱਲਦੇ ਜੀ, ਲਦਾਖ ਦੇ ਵਿੱਚ ਇੱਕ ਪੱਤਰਕਾਰ ਆ। ਅੱਛਾ ਜੀ। ਇਹ ਸਵਾਨ ਰਿੰਗਨ ਪੱਤਰਕਾਰ, ਇਹਨੂੰ ਵੀ ਗ੍ਰਿਫਤਾਰ ਕੀਤਾ ਵੀ ਉਹਨੇ ਫੇਸਬੁੱਕ ਤੇ ਲਦਾਖ ਦੀ ਮੀਡੀਆ ਜੀ, ਉੱਥੇ ਉਹਨੇ ਜਾ ਕੇ ਜੇ ਲੋਕ ਸਭਾ ਮੈਂਬਰ ਸੀ ਉੱਥੋਂ ਦਾ, ਉਹਦੇ ਖਿਲਾਫ ਖਬਰ ਲਾਈ ਸੀ, ਭਾਈ ਤੂੰ ਕਰਦਾ ਕੀ ਆ, ਲਦਾਖ ਤੋਂ ਉੱਜੜ ਗਿਆ, ਬਰਬਾਦ ਹੋ ਗਿਆ, ਤੇਰੀ ਡਿਊਟੀ ਬੰਦੀ ਲਦਾਖ ਨੂੰ ਸੰਭਾਲਣ ਦੀ ਜੀ। ਲੇਕਿਨ ਉਹਦੇ ਕਹਿਣ ਤੇ ਵਿਚਾਰੇ ਉਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਜਿਹਨੂੰ ਜੇਲ੍ਹ ਸੁੱਟ ਦਿੱਤਾ ਗਿਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਤੇ ਹੁਣ ਦੱਸੋ ਜੇ ਆਲਟ ਨਿਊਜ਼ ਵਾਲੇ ਮੁਹੰਮਦ ਜ਼ਬੈਰ, ਉਹਨੇ ਕੁਝ ਵੀ ਮਾੜਾ ਨਹੀਂ ਕੀਤਾ, ਉਹ ਵਧੀਆ ਕੰਮ ਕਰਦੇ ਜੀ, ਫਰਜ਼ੀ ਖਬਰਾਂ ਆਉਂਦੀਆਂ ਸੀ ਤੋਂ ਖਬਰਦਾਰ ਲੋਕਾਂ ਨੂੰ ਕਰਦੇ ਆ, ਕੋਈ ਮਾੜੀ ਗੱਲ ਨਹੀਂ ਕਰਦੇ। ਜੇ ਏਦਾਂ ਕੰਮ ਚੱਲਦਾ ਰਿਹਾ ਤੇ ਫਿਰ ਤੁਸੀਂ ਆਪ ਸਿਆਣੇ ਹੋ ਵੀ ਪੱਤਰਕਾਰਤਾ ਦਾ ਕੀ ਬਣੇਗਾ। ਪੱਤਰਕਾਰਤਾ ਫਿਰ ਲਗਭਗ ਜਿਹੜੀ ਆ ਡੈਮੋਕ੍ਰੇਸੀ ਟੋਟਲੀ ਖਤਮ ਹੋ ਜਾਏਗੀ ਜੀ। ਪਰ ਗੱਲ ਉਹੀ ਆ ਨਾ ਪਤੀ ਸਾਹਿਬ, ਪੱਤਰਕਾਰਤਾ ਨੂੰ ਵੀ ਜਿਵੇਂ ਗੱਲ ਕਹਿ ਦਈਏ ਕਿ ਹੁਣ ਕਹਿਣਾ ਤਾਂ ਨਹੀਂ ਚਾਹੀਦਾਗਾ, ਹੁਣ ਨਾ ਪੱਤਰਕਾਰ ਘੁੰਮਦੇ ਆ, ਪੱਤਰਕਾਰ ਵੜ ਗਿਆ ਫਲਾਨੇ ਦੇ ਘਰੇ, ਕੱਢ ਲਿਆ ਸਚਾਈ ਬਾਹਰ, ਪੱਤਰਕਾਰ ਵੜ ਗਿਆ ਇੱਥੇ, ਪੱਤਰਕਾਰ ਨੇ ਬਣਾਤੀ ਡਾਕ। ਉਹ ਪੱਤਰਕਾਰ ਤਾਂ ਹੁੰਦੇ ਨਹੀਂ, ਪਰ ਗੱਲ ਸਾਡੇ ਹੀ ਪੈ ਜਾਂਦੇ ਆ ਸਹੀ ਮੇਨ ਸਟ੍ਰੀਮ ਮੀਡੀਆ ਤੇ। ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਉਹਦੇ ਵਿੱਚ ਕੱਖ ਨਹੀਂ ਹੁੰਦਾ। ਹਾਂ, ਉਹ ਜਿਹੜਾ ਕੋਈ ਕੱਢਦਾ ਫਿਰ ਸਿੱਧੀ ਗੱਲ, ਫਿਰ ਉਦੋਂ ਗੁੱਸਾ ਆ ਜਾਂਦਾ। ਹੁਣ ਕਰੀਏ ਕਿ ਵੀ ਆਹ ਭਾਈ ਪੱਤਰਕਾਰ ਨਹੀਂ ਹੈਗੇ, ਤਾਂ ਦੂਜੇ ਨੇ। ਹੁਣ ਇੱਕ ਸਾਡੇ ਇੱਥੇ ਪੱਤਰਕਾਰ ਬਠਿੰਡੇ, ਉਹ ਰੌਲਾ ਪੈ ਗਿਆ ਜੀ, ਉਹ ਕਹਿੰਦੇ ਵੀ ਕੀ ਆ, YouTube ਦੇ ਉੱਤੇ ਆਪਦਾ ਚਲਾਉਂਦਾ, ਕਹਿੰਦਾ ਜੀ ਸਾਨੂੰ ਤਾਂ ਫਲਾਨੇ ਨੇ ਆਖਿਆ ਹੀ, ਫਲਾਨੇ ਸਾਨੂੰ ਧਰਨਾ ਲਾ ਦਿਓ। ਲੈ ਦੱਸੋ, ਪੱਤਰਕਾਰਾਂ ਦਾ ਕੰਮ ਥੋੜਾ, ਪੱਤਰਕਾਰ ਦਾ ਕੰਮ ਹੈ ਜੋ ਖਬਰ ਆ ਉਹ ਪੇਸ਼ ਕਰਨੀ। ਅਗਲੇ ਨੂੰ ਇਹ ਸਵਾਲ ਕਰਨਾ ਵੀ ਮਸਲਾ ਦੱਸੋ ਤੁਹਾਡਾ ਕੀ ਹੈ, ਇਹ ਨਹੀਂ ਮਸਲਾ ਵੀ ਦੱਸੋ ਕਿਹਨੇ ਕੀ ਕੀਤਾ, ਤੁਸੀਂ ਕਿਉਂ ਬੈਠੇ ਹੋ, ਉੱਤੇ ਕਿਉਂ ਚੜੇ। ਹੁਣ ਬੰਦਾ ਤੁਹਾਡੇ ਸਾਹਮਣੇ, ਇੱਥੇ ਕਈ ਫਰਜ਼ ਵੀ ਹੈਗੇ ਸਾਡੇ, ਅੱਜ ਬਠਿੰਡੇ ਟੈਂਕੀ ਤੇ ਚੜ ਗਏ। ਹੁਣ ਕੁਝ ਪੱਤਰਕਾਰ ਇੱਕ ਮੌਜੂਦ ਸੀਗਾ ਜਦੋਂ ਟੈਂਕੀ ਤੇ ਚੜਦੀ, ਤਾਂ ਪੱਤਰਕਾਰ ਦਾ ਫਰਜ਼ ਵੀ ਆ, ਭਾਈ ਕਿਉਂ ਚੜਦੇ ਹੋ ਯਾਰ, ਖੜੋ ਤੁਸੀਂ, ਐਡੀ ਵੀ ਕੀ ਗੱਲ ਹੈ, ਤੇ ਤੁਸੀਂ ਖਬਰ ਬਣਾਉਣ ਦੇ ਮਾਰੇ ਤੁਸੀਂ ਉਹਨੂੰ ਚੜਨ ਦੇ ਰਹੇ ਹੋ ਉੱਪਰ, ਦੱਸੋ। ਬਿਲਕੁਲ ਬਿਲਕੁਲ। ਸਾਡਾ ਸਮਾਜ ਦੇ ਲਈ ਵੀ ਆਪਣੇ ਪੱਟੀ ਸਾਹਿਬ ਸਾਡੇ ਕੁਝ ਹੁੰਦੇ ਨੇ ਤੇ ਸਾਡੇ ਕੁਝ ਸਮਾਜਿਕ ਸਰੋਕਾਰ ਹੈਗੇ ਨੇ ਜੀ, ਜਿਹਨੂੰ ਪੜਾਉਣਾ ਪੈਂਦਾ ਸਾਨੂੰ, ਇਹ ਗੱਲ ਨਹੀਂ। ਕਹਿੰਦੇ ਇੱਕ ਦਾਦੀ ਨੇ ਪੋਤੀ ਦਾ ਕਤਲ ਕਰ ਦਿੱਤਾ ਜੀ, ਇਹ ਹਰਿਆਣੇ ਦੀ ਗੱਲ ਹੈ ਜੀ। ਉਹਨਾਂ ਦੇ ਘਰ ਉਹਦੀ ਨੂੰਹ ਨੇ ਤੀਸਰੀ ਬੇਟੀ ਨੂੰ ਜਨਮ ਦਿੱਤਾ ਤੇ ਉਹਨੇ ਦਾਦੀ ਨੇ ਉਹ ਪੋਤੀ ਮਾਰ ਜੀ ਜੀ ਜੀ। ਹਰਿਆਣੇ 'ਚ ਸ਼ਿਕਾਇਤਾਂ ਆਮ ਤੌਰ ਤੇ ਕਾਫੀ ਹੁੰਦੀਆਂ ਸੀ ਵੀ ਘੜੇ 'ਚ ਪਾ ਕੇ ਮਰਦੇ, ਫਲਾਣੇ ਕਰਦੇ। ਪਿੱਛੇ ਜਿਹੜੇ ਡਾਕਟਰ ਹਰਸ਼ਿੰਦਰ ਕੌਰ ਨੂੰ ਕਿਤੇ ਪੁੱਛੋ, ਨੇ ਆਰਟੀਕਲ ਲਿਖਿਆ ਸੀ ਬੜਾ ਵਧੀਆ ਹਾਂਜੀ ਇਹਦੇ ਉੱਤੇ ਜੀ। ਇਸੇ ਕਰਕੇ ਉਹ ਦਾਦੀ ਨੇ ਜਿਹੜੀ ਸੀ ਉਹ ਪੋਤੀ ਮਾਰਤੀ ਹੈ। ਤੇ ਫਿਰ ਤੁਹਾਨੂੰ ਪਤਾ ਜਦੋਂ ਕਾਨੂੰਨ ਆਪਣਾ ਕਰਦਾ, ਫਿਰ ਆਪਣਾ ਕੰਮ ਕਰਦਾ ਹੀ ਕਰਦਾ। ਉਹਦੀ ਖਾਸ਼ ਇਹ ਸੀ ਵੀ ਨਹੀਂ ਸਾਨੂੰ ਪੁੱਤਰ ਚਾਹੀਦਾ ਸੀ, ਧੀ ਆਈ ਤੇ ਸੀ, ਧੀਆਂ ਕਿੱਥੋਂ ਪਾਲਾਂਗੇ ਇੰਨੀਆਂ ਜੀ। ਉਹਦੇ ਵਿੱਚ ਸਿਆਪਾ ਇਸ ਗੱਲ ਦਾ, ਸਾਡਾ ਅੱਜ ਕੱਲ੍ਹ ਡੋਰੀ ਸਿਸਟਮ ਅਜੇ ਵੀ ਚੱਲ ਰਿਹਾ ਨਾ, ਉਹਨੇ ਸਾਡਾ ਬਹੁਤ ਬੇੜਾ ਗਰਕ ਕੀਤਾ ਜੀ। ਧੀਆਂ ਦੇ ਵਿੱਚ ਤੁਸੀਂ ਚੱਲ ਜਾਓ, ਬਹੁਤ ਸਾਰੇ ਘਰ ਅੱਜ ਉੱਜੜ ਰਹੇ। ਮਾਮੂਲੀ ਦੀ ਗੱਲ, ਸਹਿਣਸ਼ੀਲਤਾ ਬਿਲਕੁਲ ਨਹੀਂ ਹੈ। ਘੱਟੋ ਘੱਟ ਜੇ ਘਰ ਦੇ ਵਿੱਚ ਕੋਈ ਤਤਕਾਰ ਹੋਇਆ, ਆਪੇ 2-4 ਦਿਨ ਬਾਅਦ ਠੀਕ ਹੋ ਜਾਏਗਾ। ਉਹ ਤਤਕਾਰ ਨੂੰ ਲੈ ਕੇ ਕੁੜੀਆਂ ਜਿਹੜੀਆਂ ਉਸਮਾਨੇ ਚੜ ਜਾਂਦੀਆਂ। ਜੇ ਆਪਾਂ ਇਹਦੀ ਗੱਲ ਕਰਨੀ ਹੈ ਜੀ, ਜਿਹੜੀ ਇਸ ਵੇਲੇ ਸਾਡੀ ਰੇਸ਼ੋ ਆ ਜੀ, ਜਿਹੜੀ ਗੱਲ ਕਰ ਲਈ ਹਰਿਆਣੇ ਦੇ ਵਿੱਚ, ਜਿਹੜੀ ਹਰਿਆਣੇ ਦੀ ਲਿੰਗ ਉਤਪਾਦ ਹੈਗਾ ਸੀ 1000 ਪਿੱਛੇ ਲੜਕੀਆਂ ਦਾ 871 ਲੜਕੀਆਂ ਸੀ। ਬਹੁਤ ਬੜਾ ਸੀਗਾ ਜੀ ਹਰਿਆਣੇ ਦੇ ਵਿੱਚ। ਤਾਂ ਸਭ ਤੋਂ ਮੁੱਲ ਦੀ ਤੀਵੀਂ ਵਾਲੀ ਗੱਲ ਤਾਂ ਹਰਿਆਣੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਹੋਈ ਸੀ। ਮਾਨਸਾ ਦਾ ਕਾਰਨ ਸੀ ਘੱਟ ਜ਼ਮੀਨਾਂ, ਤੇ ਹਰਿਆਣੇ ਦੇ ਵਿੱਚ ਘੱਟ ਲੜਕੀਆਂ। ਬਿਲਕੁਲ 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 ਜੀ। ਤੇ ਇਹਦੇ ਵਿੱਚ ਜਿਹੜਾ ਹੁਣ 2019 ਦੇ ਵਿੱਚ ਜਿਹੜਾ ਸੀ ਇਹ ਵੱਧ ਕੇ 923 ਹੈਗਾ, ਲੇਕਿਨ 2020 ਚ ਘਟ ਕੇ 914 ਹੋ ਗਿਆ ਜੀ। ਜੇ ਇਹ ਘਟਦਾ ਜਾ ਰਿਹਾ ਵਾ ਤੇ ਇਹ ਇੱਕ ਚਿੰਤਾ ਦਾ ਵਿਸ਼ਾ ਵਾ ਜੀ। ਤੇ ਜਿਹੜੀ ਪੰਜਾਬ ਦੀ ਹਾਲਤ ਉਹ ਹਰਿਆਣੇ ਨਾਲੋਂ ਵੀ ਮਾੜੀ ਹੈ। ਇਹਦੇ ਵਿੱਚ ਪੰਜਾਬ 'ਚ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 893 ਸੀ 2019 ਦੇ ਵਿੱਚ ਜੀ, ਜਦੋਂ ਕਿ ਨੈਸ਼ਨਲ ਪੱਧਰ ਦੇ ਉੱਤੇ 896 ਬਣਦੀ ਹੈ ਜੀ। ਤੇ ਇਹਦੇ ਦੀ ਗਿਣਤੀ ਘਟ ਕੇ 886 ਰਹਿ ਗਈ ਫਿਰ। ਇਸ ਕਰਕੇ ਕੁੱਖ ਦੇ ਵਿੱਚ ਤੁਹਾਡੀ ਜਦੋਂ ਹੈਗੀ ਸੀ ਨਾ ਕਿ ਚੇਅਰਪਰਸਨ ਸੀ ਜਿਹੜੀ ਸੀ ਵੂਮਨ ਕਮਿਸ਼ਨ ਦੀ ਬੀਬੀ ਕਮਲਜੀਤ ਕੌਰ ਸੀ, ਜਿਹੜੀ ਸਰਦਾਰ ਜਨ ਸਿੰਘ ਦੀ ਬੇਟੀ ਸੀ ਨਾਲ। ਹਾਂਜੀ ਹਾਂਜੀ। ਉਹਨਾਂ ਨੇ ਉਹ ਸਪੀਚ ਕੀਤੀ ਸੀ, ਉਹਨੇ ਕਿਹਾ ਮੇਰੀਆਂ ਭੈਣੋਂ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਨਾ ਬਣਾਓ ਜੀ।
ਇੱਥੋਂ ਤੱਕ ਉਹਨੇ ਸਟੇਜ ਤੋਂ ਗੱਲ ਕੀਤੀ, ਮੈਨੂੰ ਯਾਦ ਹੈ ਤੱਕ। ਇਸ ਕਰਕੇ ਅਜੇ ਵੀ ਜਿਹੜੇ ਸਾਡੇ ਭਾਵੇਂ ਜਿੰਨੀ ਮਰਜ਼ੀ ਸਖਤੀ ਕੀਤੀ, ਅਜੇ ਵੀ ਟੈਸਟ ਜਿਹੜੇ ਆ ਨਾ ਉਹ ਹੋ ਰਹੇ ਨੇ ਜੀ। ਟੈਸਟ ਹੋਣ ਕਰਕੇ ਵੀ ਇੱਕ ਬੜੀ ਖਰਾਬੀ ਹੋ ਰਹੀ, ਉਹ ਸਰਕਾਰ ਪੂਰੀ ਤਰ੍ਹਾਂ ਰੋਕਣ ਚ ਨਾਕਾਮ ਆ ਅਜੇ ਵੀ। ਹੁਣ ਉਹ ਦਾਦੀ ਨੇ ਸਿਰਫ ਜੋ ਪੁੱਛਿਆ ਵੀ ਤੂੰ ਇਹ ਮਾਰਿਆ ਕਿਉਂ ਇਹਨੂੰ, ਉਹ ਕਹਿੰਦੇ ਜੀ ਵੇਖੋ 2 ਕੁੜੀਆਂ ਪਹਿਲਾਂ ਸੀ, ਤੀਜੀ ਉਹ ਜਮਕੀ ਸੀ, ਕਿਵੇਂ ਪਾ ਸਕਦੇ ਸੀ ਇਹਨੂੰ। ਤੇ ਅਜੇ ਵੀ ਵੇਖੋ ਸਾਡੇ ਇਹਨਾਂ ਘਰਾਂ ਦੇ ਵਿੱਚ ਜਿਹੜੇ ਪਿੰਡਾਂ 'ਚ ਖਾਸ ਕਰਕੇ ਸ਼ੁਭ ਮੰਨਦੇ ਵੀ ਧੀਆਂ ਹੋ ਗਈਆਂ, ਸ਼ੁਭ ਮੰਨ ਲਓ ਜਿਨ੍ਹਾਂ ਨੂੰ, ਲੇਕਿਨ ਇਹ ਨਹੀਂ ਪਤਾ ਵੀ ਅੱਜ ਜਿੰਨੀਆਂ ਵੀ ਤੁਸੀਂ +2 ਚ ਲੈ ਲਓ, ਤੁਸੀਂ ਮੈਟ੍ਰਿਕ ਚ ਲੈ ਲਓ, BA ਚ ਲੈ ਲਓ, ਟੌਪਰ ਹਮੇਸ਼ਾ ਕੁੜੀਆਂ ਹੋਣਗੀਆਂ। ਮੁੰਡੇ ਜਿਹੜੇ ਉਹ 4th-5ਵੀਂ ਕਲਾਸ ਪੋਜੀਸ਼ਨ ਤੇ ਆਉਂਦੇ, ਟੌਪਰ ਕੁੜੀਆਂ ਹੁੰਦੀਆਂ। ਕੁੜੀਆਂ ਇੰਨੀਆਂ ਮਿਹਨਤੀ ਆ। ਅੱਜ ਸਾਡੀਆਂ ਕੁੜੀਆਂ ਜਿਹੜੀਆਂ ਦੇਖੋ ਕਲਪਨਾ ਚਾਵਲਾ ਕਿੱਥੋਂ ਤੱਕ ਜਾ ਰਹੀ ਹੈ। ਚਲੋ ਵੱਖਰੀ ਗੱਲ, ਜਿਹੜੇ ਉਹ ਐਕਸੀਡੈਂਟ ਹੋਇਆ ਵੱਖਰੀ ਗੱਲ ਆ। ਸਾਡੀਆਂ ਕੁੜੀਆਂ ਜਿਹੜੀਆਂ ਅੱਜ ਦੀਆਂ 에ਅਰਫੋਰਸ ਚ ਆ ਗਈਆਂ ਨੇ, ਸਾਡੀਆਂ ਕੁੜੀਆਂ ਪਾਇਲਟ ਬਣ ਗਈਆਂ। ਕਿਹੜੀ ਚੀਜ਼ ਬਣੀ? ਜੰਗੀ ਜਹਾਜ਼ ਉਡਾਉਣ ਲੱਗ ਪਈਆਂ ਨੇ। ਬਾਕੀ ਕੀ ਰਹਿ ਗਿਆ? ਇਸ ਕਰਕੇ ਕੁੜੀਆਂ ਮਾੜੀਆਂ ਨਹੀਂ, ਕੁੜੀਆਂ ਸਗੋਂ ਮਿਹਨਤੀ ਜ਼ਿਆਦੀਆਂ ਹੁੰਦੀਆਂ ਤੇ ਦ੍ਰਿੜ ਲਾਦੇ ਅਰਬ ਦੇ ਵਾਲੀ ਹੁੰਦੀਆਂ ਜੀ। ਇੱਕ ਵੇਖੋ ਨਾ ਘਰ ਦੇ ਵਿੱਚ ਕੀ ਹੈ, ਤੁਸੀਂ ਘਰ ਦੇ ਵਿੱਚ 10 ਜੀ ਹੋ, ਇੱਕ ਔਰਤ ਆ ਜੀ। ਇੱਕ ਔਰਤ ਜੇ 9 ਦੇ 9 ਬਿਮਾਰ ਉਹਨੂੰ ਕੱਲੀ ਸੰਭਾਲੀ ਹੋਏ ਨੂੰ, ਹਾਂਜੀ। ਤੇ ਜੇ ਕੱਲੀ ਔਰਤ ਜਿਹੜੀ ਬਿਮਾਰ ਪੈ ਜਾਏ ਤੇ ਬਾਕੀਆਂ ਦਾ ਪਿਆ ਨਾ ਘਰ ਚ ਮੈਂ ਮਹਾਭਾਰਤ ਬਣੀ ਹੋਏ। ਖੰਡ ਕਿੱਥੇ ਪਈ ਹੋਏ, ਚਾਹ ਪਤੀ ਦੀ ਕਿੱਥੇ ਪਈ ਹੋ, ਮੰਮੀ ਨੂੰ ਪੁੱਛ ਕਿੰਨਾ ਹੋਣਾ ਪੈਂਦਾ ਉੱਥੇ। ਮੰਮੀ ਵਿਚਾਰੀ ਬਿਮਾਰ, ਫਿਰ ਉੱਠ ਕੇ ਵਿਚਾਰੀ ਉਦਾਂ ਹੀ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦੀ ਵੀ ਚਲੋ ਕੋਈ ਨੀ ਰੌਲਾ ਤੁਹਾਨੂੰ ਪਾਉਣਾ। ਇਸ ਕਰਕੇ ਕੁੜੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਹ ਜਿਹੜਾ ਬੀਬੀ ਨੇ ਮਾਤਾ ਨੇ ਕੰਮ ਕੀਤਾ ਇਹ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਪਾਲੋ ਪਲੋਸੋ। ਇੱਕ ਮੈਂ ਉਹ ਖਬਰ ਪੜ੍ਹ ਰਿਹਾ ਸੀ, ਇੱਕ ਆਪਣੇ ਉਹ ਨਕਵਿੰਦਿਆ ਲੇਖਕ ਸੀ ਮਹਾਰਾਸ਼ਟਰ ਦੀ ਜੀ। ਉਹਦੇ ਵਿੱਚ ਉਹ ਲੜਕੀ ਜਿਹੜੀ ਸੀ ਉਹਨਾਂ ਨੇ ਆ ਕੇ ਕਹਿਤਾ ਵੀ ਆਪਣੇ ਕਿੰਨੇ ਜਿਹੜਾ ਚਾਈਲਡ ਕੇਅਰ ਸੈਂਟਰ ਦੇ ਵਿੱਚ ਅਸੀਂ ਸੰਭਾਲ ਨਹੀਂ ਸਕਦੇ ਨਾ ਸ਼ਾਸਮੀ ਦੇ ਵਿੱਚ ਜੀ। ਉੱਥੇ ਇੱਕ ਅਮਰੀਕਾ ਦੀ ਸੀ ਕਿ ਕਿੱਥੋਂ ਦਾ ਜੋੜਾ ਕਿ ਆਸਟ੍ਰੇਲੀਆ ਜੋੜਾ ਆਇਆ ਸੀ ਮੇਰੇ ਖਿਆਲ, ਉਹ ਆਇਆ ਜੀ। ਉਹ ਆਇਆ ਤੇ ਉਹ ਬੱਚਾ ਲੱਭਦੇ ਸੀ, ਉਹਨੇ ਬੇਟੀ ਕਹਿੰਦੀ ਬੇਟਾ ਚਾਹੀਦਾ ਸੀ ਉਹਨਾਂ ਨੂੰ, ਲੇਕਿਨ ਬੇਟਾ ਲੱਭਦਾ ਤਾਂ ਬੇਟੀ ਪਸੰਦ ਲੱਗਦੀ ਤੇ ਬੇਟੀ ਲੈ ਜਾਣੀ। ਅੱਛਾ ਜੀ। ਆਸਟ੍ਰੇਲੀਆ ਦੀ ਗੱਲ ਆ। ਉਹ ਬੇਟੀ ਨੂੰ ਉਹਨਾਂ ਆਪਣੀ ਬੱਚੀ ਵਾਂਗੂ ਪਾਲਿਆ ਤੇ ਉਹਦੇ ਬਾਪ ਨੇ ਉਹਨੂੰ ਕ੍ਰਿਕਟਰ ਬਣਾਇਆ ਜੀ। ਉਹ ਵਰਲਡ ਦੇ ਵਿੱਚ ਉਹਨੇ ਕਿੰਨੇ ਕੁ ਮੈਚ ਜਿੱਤੇ, ਉਹਨੇ ਕਿੰਨੇ ਕੁ ਖੇਡੇ। ਅੱਜ 2013 ਚ ਸੰਨਿਆਸ ਲਿਆ ਤੇ ਵਰਲਡ ਲੈਵਲ ਤੇ ਉਹਨੇ ਟਰੋਫੀ ਜਿੱਤ ਕੇ ਆਈ ਜੀ। ਤੇ ਜਿਨ੍ਹਾਂ ਦੀ ਬੱਚੀ ਗਈ ਉਹ ਜੇ ਅੱਜ ਵੇਖਦੇ ਪਛਤਾਉਂਦੇ ਤੇ ਹੋਣਗੇ, ਬੱਚੀ ਕਿੱਥੇ ਪਹੁੰਚ ਗਈ, ਅਸੀਂ ਕਿੱਥੇ ਛੱਡ ਕੇ ਆਏ, ਕਿੱਥੇ ਪਹੁੰਚ ਗਈ। ਇਸ ਕਰਕੇ ਭਾਈ ਧੀਆਂ ਮਾਰੀਆਂ ਨਹੀਂ, ਧੀਆਂ ਦੀ ਪਾਲਣ ਪੋਸ਼ਣ ਜਿਹੜੀ ਬੱਚਿਆਂ ਨੂੰ ਮੁੰਡਿਆਂ ਨੂੰ ਕਰਨੀ ਚਾਹੀਦੀ ਜੀ। ਕਾਲ ਲੈ ਲਈਏ ਜੀ 98-149 ਤੇ ਆਉਣ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨੇਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੌਣ ਸਰ? ਮੈਂ ਇੱਕ ਗੱਲ ਕਰਨੀ ਸੀ। ਨਾਮ ਦੱਸਿਆ ਕਰੋ ਵੀਰ। ਵੀਰਪਾਲ ਸਿੰਘ ਜੀ, ਫਰੀਦਕੋਟ ਜੀ। ਵੀਰਪਾਲ ਸਿੰਘ ਜੀ ਵੀਰਪਾਲ ਜੀ। ਸਰ ਮੇਰੇ ਜਿਹੜੇ ਕਰੋਨਾ ਦੇ ਬਾਰੇ ਦੇ ਜਿਹੜੇ ਪੇਸ਼ੈਂਟ ਮੈਡੀਕਲ ਦਾਖਲ ਹੁੰਦੇ ਜੀ, ਉਹਨਾਂ ਨੂੰ ਕੋਈ ਸਮਾਨ ਵਗੈਰਾ ਨਹੀਂ ਮਿਲਦਾ ਜੀ? ਕਿਉਂਕਿ ਫਰੀਦਕੋਟ ਚ ਨਾ ਮੇਰਾ ਕੋਈ ਜਾਣਕਾਰ ਆ, ਉਹਨਾਂ ਦਾ ਕੋਈ ਰਿਸ਼ਤੇਦਾਰ ਦਾਖਲ ਹੋਇਆ ਸੀ ਇੱਥੇ ਤੇ ਉਹ ਸਰਕਾਰੀ ਮੁਲਾਜ਼ਮ ਸੀ ਤੇ ਉਹਨਾਂ ਨੇ ਮਤਲਬ ਕਿ ਤੌਲੀਆ ਤੇ ਕੱਪ, ਪਾਣੀ ਦੀਆਂ ਬੋਤਲਾਂ, ਸਾਬਣ, ਖੰਡ, ਚਾਹ ਦਿੱਤਾ ਨੇ। ਹੋਰ ਕਿਸੇ ਪੇਸ਼ੈਂਟ ਨੇ ਮੈਂ ਨਹੀਂ ਸੁਣਿਆ। ਤਾਂ ਕੀ ਆਉਂਦੇ ਆ ਪੈਸੇ ਪੁੱਛਣ ਜਾਂ ਉਹਨਾਂ ਦੇ ਖਾਣ ਪੀਣ ਦੇ ਤਾਂ ਆਉਂਦੇ ਆ ਜੀ। ਸਰਕਾਰ ਦਾ ਸਾਰਾ ਉੱਥੇ ਜਿੱਥੇ ਵੀ ਇੰਤਜ਼ਾਮ ਫਰੀ ਹੈ, ਪਰ ਕਿਸੇ ਪੇਸ਼ੈਂਟ ਨੂੰ ਵੈਸੇ ਤਾਂ ਦਿੰਦੇ ਨਹੀਂ, ਪਰ ਉਹ ਕਿਸੇ ਚੰਗੇ ਅਹੁਦੇ ਤੇ ਸੀ, ਉਹ ਤਾਂ ਕਰਕੇ ਉਹਨਾਂ ਨੂੰ ਮਿਲ ਗਿਆ। ਨਹੀਂ ਜੀ, ਨਹੀਂ ਆਉਂਦੇ ਨੇ। ਚਾਹ ਪਾਣੀ ਦੇਖੋ, ਰੋਟੀ ਚਾਹ ਪਾਣੀ ਅੱਗੇ ਪਿੱਛੇ ਤਾਂ ਹੋ ਜਾਂਦਾ, ਪਰ ਸਾਨੂੰ ਇੱਥੇ ਆਏ ਸੀਗੇ ਡਾਕਟਰ ਆਪਣੇ ਪੰਜਾਬ ਦੇ ਆਪਣੇ ਬਠਿੰਡੇ ਦੇ ਤਹਿਸੀਲਦਾਰ ਸਾਹਿਬ ਡਾਕਟਰ ਵਿਨੇ, ਉਹ ਦੱਸ ਕੇ ਗਏ ਸੀਗੇ ਵੀ ਸਰਕਾਰ ਕੀ ਸਹੂਲਤਾਂ ਦੇ ਰਹੀ ਹੈ। ਰੋਟੀ ਵੀ ਸਰਕਾਰ ਦੇ ਰਹੀ ਹੈ, ਨਹਾਉਣ ਧੋਣ ਨੂੰ ਕੱਪੜਾ ਲੀੜਾ ਕੱਪੜਾ ਲੀੜਾ ਦੀ, ਨਹਾਉਣ ਧੋਣ ਦਾ ਸਾਬਣ ਸਾਰਾ ਦਿੰਦੇ। ਪਰ ਕਈ ਪੇਸ਼ੈਂਟ ਆ ਉਹ ਕਹਿੰਦੇ ਸਾਨੂੰ ਕੁਝ ਵੀ ਨਹੀਂ ਮਿਲਿਆ ਜੀ, ਉੱਥੇ ਹਾਲ ਵੀ ਬਹੁਤ ਬੁਰਾ ਲੱਗੀ। ਇਸ ਤਰ੍ਹਾਂ ਵੀਰ ਜੀ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੋ, ਆਉਂਦਾ ਸਭ ਕੁਝ ਹੈ, ਕਿਉਂਕਿ ਲਾਗ ਦੀ ਬਿਮਾਰੀ ਆ। ਇੱਕ ਮਰੀਜ਼ ਦਾ ਸਾਬਣ ਹੀ ਦੂਜੇ ਨੂੰ ਦੇ ਸਕਦੇ। ਬਿਲਕੁਲ ਜੀ ਬਿਲਕੁਲ। ਉਹਨੂੰ ਸਾਬਣ, ਤੌਲੀਆ, ਕਛਹਿਰਾ ਸਭ ਆਪਣਾ ਵਰਤਣਾ ਪੜੇਗਾ। ਲਾਗ ਦੀ ਬਿਮਾਰੀ ਹੈ। ਇਹ ਤੁਹਾਡੀ ਗੱਲ ਠੀਕ, ਉੱਪਰੋਂ ਆਉਂਦਾ ਵਾ, ਕਿਸੇ ਵੇਲੇ ਨਹੀਂ ਆਉਂਦਾ। ਤੁਹਾਨੂੰ ਪਤਾ ਸਰਕਾਰਾਂ ਸਾਡੀ ਜੋ ਹਾਲਤ ਆ, ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਜਦੋਂ ਕੋਈ ਆਫਤ ਆਉਂਦੀ ਆ ਲੋਕਾਂ ਦੀ ਸਹਾਇਤਾ ਕਰਦੇ। ਲੋ ਜੀ ਤੁਹਾਨੂੰ ਨੇ ਪੈਸੇ ਪਾ ਦੇ, ਤੁਸੀਂ ਗੁਜ਼ਾਰਾ ਕਰੋ ਆਪਣਾ ਜੀ। ਤੇ ਸਾਡੇ ਇੱਥੇ ਕੋਈ ਆਫਤ ਆਉਂਦੀ ਜੇ ਸਾਡੀ ਸਰਕਾਰ ਪੈਸੇ ਮੰਗਦੀ ਆ, ਆਹ ਫੰਡ ਖੋਲ੍ਹ ਕੇ ਪਾਓ ਜੀ। ਬਿਲਕੁਲ। ਇਸ ਕਰਕੇ ਕਿਸੇ ਵੇਲੇ ਨਹੀਂ ਵੀ ਆਉਂਦਾ ਹੋਊਗਾ। ਤੁਹਾਡੀ ਗੱਲ ਠੀਕ ਹੈ, ਜਿਹੜਾ ਬੰਦਾ ਕੋਈ ਚੰਗਾ ਅਫਸਰ ਉਹਨੂੰ ਤੇ ਦੇਣਾ ਹੀ ਦੇਣਾ, ਨਾ ਕਿਸੇ ਛੋਟੇ ਜਿਹੇ ਮਾੜੇ ਬੰਦੇ ਨਹੀਂ ਦਿੰਦੇ ਉਹਨਾਂ ਨੂੰ। ਸਹੀ ਗੱਲ ਆ, ਹਾਲਤ ਤੇ
ਜਿਹੜੇ ਮੈਂ ਅੱਜ ਕੱਲ ਕਹੂੰਗਾ ਵੀ ਜਿਹੜੇ ਸਰਕਾਰ ਦੇ ਸੈਂਟਰ ਉੱਤੇ ਬਹੁਤੀ ਹਾਲਤ ਵਧੀਆ ਨਹੀਂ ਜੀ, ਕਿਉਂਕਿ ਕਰੋਨਾ ਦੇ ਮਰੀਜ਼ ਨੂੰ ਜੇ ਤੁਸੀਂ ਘਰ 'ਚ ਕਹਿੰਦੇ ਆਈਸੋਲੇਟ ਕਰੋ, ਵੀ ਵੱਖਰਾ ਕਮਰਾ ਦਿਓ, ਉਹਦਾ ਵੱਖਰਾ ਲੈਟਰਨ ਹੋਏ, ਵੱਖਰਾ ਦਾ ਬਾਥਰੂਮ ਹੋਏ, ਦੂਜੇ ਨਾਲ ਅਟੈਚ ਨਾ ਕਰੇ, ਉੱਥੇ ਕਿਉਂ ਨਹੀਂ ਫਿਰ ਜੀ, ਕਿਉਂ ਨਹੀਂ ਤੁਸੀਂ ਪ੍ਰਾਈਵੇਟ ਹਸਪੀਟਲ ਜਿਹੜੇ ਹਾਇਰ ਕਰਦੇ, ਜਦੋਂ ਤੁਹਾਨੂੰ ਐਸਜੀਪੀਸੀ ਨੇ ਕਹਿੰਦੇ ਸਾਡੀ ਸਰਾਵਾਂ ਲੈ ਲਓ, ਤੁਸੀਂ ਕਿਉਂ ਨਹੀਂ ਆਓ? ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਵੀ ਇੱਕ ਮਰੀਜ਼ ਨੂੰ ਇੱਕ ਕਮਰੇ 'ਚ ਰੱਖੋ, ਉਹਦਾ ਤੌਲੀਆ ਵੱਖਰਾ ਹੋਵੇ, ਉਹਨੂੰ ਉੱਥੇ ਉਹਦੀ ਮੋਬਾਈਲ ਦਿੱਤਾ ਜਾਵੇ, ਸਮਾਰਟਫੋਨ ਦਿੱਤਾ ਜਾਵੇ, ਉਹਦੀ ਟੀਵੀ ਲੱਗਾ ਹੋਵੇ, ਘੱਟੋ ਘੱਟ ਟਾਈਮ ਪਾਸ ਕਰਨੇ ਆਪਣਾ। ਬਿਲਕੁਲ, ਉਹਦਾ ਟਾਈਮ ਤਾਂ ਨਿਕਲ ਜੇ ਨਾ ਜੀ। ਇੱਥੇ ਤਾਂ ਜੰਦੇ ਕੁਝ ਨਹੀਂ, ਇੱਥੇ ਇੱਕੋ ਹੀ ਹਾਲ, ਉੱਥੇ ਹੀ ਬੈੱਡ ਤੇ, ਉੱਥੇ ਇੱਕ ਨੂੰ ਚੁੱਕੋ ਦੂਜੇ ਨੂੰ ਪਾ ਦਿਓ, ਤਾਂ ਫਿਰ ਤੁਹਾਨੂੰ ਫੋਨ ਤਾਂ ਫਾਇਦਾ ਨਹੀਂ ਫੈਲਣਾ। ਬਿਲਕੁਲ ਬਿਲਕੁਲ। ਤੇ ਖਾਲਸਾ ਜੀ ਆਉਣੇ ਨੂੰ ਹਾਂਜੀ, ਧੰਨਵਾਦ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਪੁਲਿਸ ਜਿਹੜੀ ਆਪਣੀ ਵਰਦੀ 'ਚ ਹੈ ਔਰ ਉਹਨੇ ਆਪਣੀ ਕਾਨੂੰਨ ਦੀ ਸਹੁੰ ਖਾਧੀ ਹੈ ਵੀ ਅਸੀਂ ਇਹਨੂੰ ਸਹੀ ਤਰ੍ਹਾਂ ਨਾਲ ਲਾਗੂ ਕਰਾਂਗੇ ਔਰ ਲੋਕਾਂ ਦੀ ਭਲਾਈ ਵਾਸਤੇ ਜੋ ਕੁਝ ਸਾਡੇ ਕੋਲ ਹੋ ਸਕਦਾ ਹੈ ਉਹ ਅਸੀਂ ਕਰਾਂਗੇ ਜੀ। ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਮੋਸਟ ਪਾਵਰਫੁਲ ਮੰਨਿਆ ਜਾਂਦਾ ਹੈ। CNN ਦਾ ਜਿਹੜਾ ਕੋਰਸਪੋਂਡੈਂਟ ਸੀ ਉਹ ਨਹੀਂ ਚੁੱਕਿਆ ਔਰ ਇੱਥੇ ਇੰਡੀਆ ਦੇ ਵਿੱਚ ਢੰਡੋਰਚੀ ਬਣੇ ਨੇ ਜਿਹੜੇ ਟੀਵੀ ਚੈਨਲ ਨੇ ਤੇ ਪੱਤਰਕਾਰ ਬਹੁਤ ਸਾਰੇ ਤੇ ਹਿੰਦੀ ਅਖਬਾਰ ਖਾਸ ਕਰਕੇ, ਜਿੱਥੇ ਲੋਕਾਂ ਦੇ ਹੱਕ ਦੀ ਗੱਲ ਹੈ ਉੱਥੇ ਉਹ ਕਦੇ ਨਹੀਂ ਖੜਦੇ। ਮੋਦੀ ਨੇ ਅੱਜ ਤੱਕ ਜੋ ਕੁਝ ਬੋਲਿਆ ਉਹ ਕਦੇ ਪੂਰਾ ਨਹੀਂ ਹੋਇਆ ਧਰਤੀ ਦੇ ਉੱਪਰ, ਔਰ ਜੇ ਕੋਈ ਸਵਾਲ ਪੁੱਛਦਾ ਤਾਂ ਉਹ ਤੇ ਦੇਸ਼ ਧਰੋਹ ਦਾ ਮੁਕੱਦਮਾ ਬਣਾ ਦਿੰਦੇ ਆ ਕਿ ਉੱਥੇ ਜ਼ਮੀਰ ਜਿਹੜੀ ਜਾਗੂਗੀ। ਉਹ ਜਿਹੜੀ ਥਾਲੀਆਂ ਵਜਾਈਆਂ ਸੀ, ਹੁਣ ਜਿਹੜੇ ਬੇਰੋਜ਼ਗਾਰ ਆ ਉਹ ਥਾਲੀਆਂ ਵਜਾ ਰਹੇ ਆ। ਮੋਦੀ ਕਿਉਂ ਨਹੀਂ ਜਵਾਬ ਦਿੰਦਾ ਇਸ ਚੀਜ਼ ਦਾ? ਤੇ ਇੰਨੀ ਜ਼ਮੀਰ ਕਿਉਂ ਮਰੀ ਆ ਉੱਥੇ? ਜਿਹੜੇ ਇੱਥੇ ਪੁਲਿਸ ਦਾ ਜਿਹੜਾ ਇੱਕ ਕਨਸਟੇਬਲ ਹੈ, ਇੱਕ ਜਿਹੜਾ ਮਿਨਿਸਟਰ ਹੈ ਕੈਨੇਡਾ ਦਾ, ਉਹ ਉਹਨੂੰ ਆਰਡਰ ਨਹੀਂ ਕਰ ਸਕਦਾ ਵੀ ਤੂੰ ਐ ਨਹੀਂ ਤੇ ਐ ਕਰ। ਤੇ ਉੱਥੇ ਕਿਹੜੀ ਗੱਲ ਕਰ ਰਹੇ ਆ? ਉੱਥੇ ਬੇਈਮਾਨੀ ਹਟਣੀ ਨਹੀਂ, ਜਿੰਨੀ ਦੇਰ ਬੇਈਮਾਨੀ ਬੜੀ ਹੋਈ ਹੈ ਉਹ ਦਰੁਸਤੀ ਹੋ। ਜੀ ਮਿਹਰਬਾਨੀ। ਠੀਕ ਹੈ ਜੀ, ਮਿਹਰਬਾਨੀ ਜੀ। ਖਾਲਸਾ ਜੀ, ਜਿਹੜੀ ਸਟੇਟ ਤੁਸੀਂ ਨੇ ਤੁਹਾਡੀ ਗੱਲ ਕਰ ਰਹੇ ਹੋ, ਤੁਸੀਂ ਦੁਸਾਂਝ ਦਾ ਨਾਮ ਸੁਣਿਆ, ਜਿਹੜਾ BC ਦਾ ਮੁੱਖ ਮੰਤਰੀ ਸੀ, ਪ੍ਰੀਮੀਅਰ ਜਿਹਨੂੰ ਕਹਿੰਦੇ ਜੀ ਜੀ, ਉਹ ਅੰਮ੍ਰਿਤਸਰ ਹੈ, ਉਹਨੂੰ ਸਟੇਟ ਗੱਡ ਦਾ ਦਰਜਾ ਦਿੱਤਾ ਗਿਆ ਤੇ ਜਦੋਂ ਸਟਾਬਰੀ ਤੋਂ ਉਤਰਿਆ ਤੇ ਆਪਣਾ ਉਹਨੇ ਬੈਗ ਆਪ ਚੱਕ ਕੇ ਲੈ ਕੇ ਗਿਆ ਸੀ। ਬਿਲਕੁਲ ਜੀ, ਉਹ ਬੈਗ ਲਿਆ ਕੇ ਉਹਨੇ ਗੱਡੀ 'ਚ ਰੱਖਿਆ ਤੇ ਉਹਨੂੰ ਲੈਣ ਵਾਸਤੇ 10 ਗੱਡੀਆਂ ਗਈਆਂ, 2 ਸਕਾਟ ਗਈਆਂ, ਇੱਕ ਗੱਡੀ ਕਿਹਦੇ ਪਿੱਛੇ ਚੱਲ ਰਹੀ ਹੈ। ਉਹ ਕਹਿੰਦਾ ਇਹ ਮਟ ਨਾਉਂਸੈਂਸ ਯਾਰ। ਜਦੋਂ ਉਹ ਯੂਨੀਵਰਸਿਟੀ ਦੀ ਗੈਸਟ ਹਾਊਸ ਗਿਆ ਤੇ ਆਪਣਾ ਬੈਗ ਕੱਢ ਕੇ ਰੱਖਣ ਲੱਗਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਉਸ ਵੇਲੇ ਹੈਗੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜ਼ਬਰਦਸਤੀ ਖੋਇਆ ਉਹਨਾਂ ਕੋਲੋਂ ਜੀ। ਉਹ ਨਹੀਂ ਜੀ ਤੁਸੀਂ ਸਾਡੇ ਗੈਸਟ ਮੈਨੂੰ ਫੜਾਓ, ਮੈਂ ਅੱਗੇ ਰੱਖਦਾ। ਉਹਨਾਂ DC ਨੂੰ ਫੜਾਇਆ ਤੇ ਫਿਰ ਉਹਦੇ ਕਮਰੇ 'ਚ ਰੱਖਿਆ। ਔਰ ਉਸ ਵਿਅਕਤੀ ਨੇ ਸਟੇਜ ਤੋਂ ਇੰਨੀ ਗੱਲ ਕਹੀ ਸੀ, ਉਹ ਕਹਿੰਦਾ ਜੀ ਮੇਰੇ ਕੋਲ ਇੱਕ ਗਨਮੈਨ ਹੈ ਮੁੱਖ ਮੰਤਰੀ ਕੋਲੇ, ਜਿਹੜਾ ਮੇਰਾ ਮੰਤਰੀ ਕੋਲ ਕੁਝ ਨਹੀਂ ਹੈਗਾ ਜੀ। ਬਿਲਕੁਲ ਬਿਲਕੁਲ, ਮੇਰੇ ਕੋਲ ਇੱਕ ਗਨਮੈਨ ਤੇ ਇੱਕ ਡਰਾਈਵਰ ਆ। ਫਾਰ ਐਗਜ਼ਾਮਪਲ ਮੇਰਾ ਗਨਮੈਨ ਛੁੱਟੀ ਚਲਾ ਗਿਆ ਤੇ ਉਹਦੀ ਜਗ੍ਹਾ ਤੇ ਦੂਸਰਾ ਵਿਅਕਤੀ ਆ ਜਾਣਾ ਵਾ। ਜੇ ਮੇਰਾ ਡਰਾਈਵਰ ਛੁੱਟੀ ਚਲਾ ਗਿਆ ਤੇ ਉਹ ਡਰਾਈਵਰ ਨਵਾਂ ਨਹੀਂ ਹੋਣਾ ਜੀ, ਉਹ ਮੈਨੂੰ ਆਪਣੀ ਗੱਡੀ ਆਪ ਚਲਾਉਣੀ ਪੈਣੀ। ਹੁਣ ਕਿੱਥੋਂ ਮੇਲ ਕਰ ਲੋਗੇ ਤੁਸੀਂ ਉੱਥੋਂ ਦਾ ਇੱਥੋਂ ਦਾ? ਬਿਲਕੁਲ ਜੀ। ਇੱਥੇ ਉਹਨੇ ਇੰਨੀ ਗੱਲ ਕਹੀ ਸੀ, ਪੰਜਾਬ ਤਰੱਕੀ ਕਦੀ ਵੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਮੁੱਖ ਮੰਤਰੀ ਜਾ ਰਿਹਾ, 50 ਗੱਡੀਆਂ ਅੱਗੇ 50 ਪਿੱਛੇ, ਮਤ ਨਾਉਂਸੈਂਸ ਕਹਿੰਦਾ। ਨੇੜੇ ਨਹੀਂ ਲੱਗਣ ਦਿੰਦਾ ਜੀ ਕਿਸੇ ਨੂੰ। ਕਹਿੰਦਾ ਅਸੀਂ ਇਕੱਲੇ ਜਾਂਦੇ, ਫੰਕਸ਼ਨ ਜਾਂਦੇ, ਸਭ ਕੁਝ ਜਾਂਦੇ। ਜਦੋਂ ਉਹ ਉੱਥੇ ਅਸੀਂ ਖਾਣੇ ਤੇ ਗਏ ਤੇ ਉਹ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ, ਪੁਲਿਸ ਵਾਲੇ ਪਿੱਛੇ ਪਿੱਛੇ ਤੁਸੀਂ ਕਹਿੰਦੇ ਮੇਰੇ ਮੱਗੇ ਫਿਰਦੇ ਯਾਰ। ਮੈਂ ਆਪਣੇ ਦੋਸਤਾਂ ਨੂੰ ਮਿਲਣ ਵਾਸਤੇ ਆ ਜੀ, ਮੈਨੂੰ ਕੋਈ ਸਿਕਿਉਰਿਟੀ ਲੋੜ ਨਹੀਂ, ਆਪਣਾ ਕੰਮ ਕਰੋ ਤੁਸੀਂ ਆ ਕੇ। ਜੀ ਜੀ ਜੀ। ਇਸ ਕਰਕੇ ਪੁਲਿਸ ਨੇ ਸਹੁੰਆਂ ਜ਼ਰੂਰ ਖਾਧੀਆਂ ਨੇ, ਲੇਕਿਨ ਪੁਲਿਸ ਨੂੰ ਸਹੁੰਆਂ ਖਾਣ ਦੇ ਉੱਤੇ ਅੱਜ ਜਿਹੜੀਆਂ ਸਹੁੰਆਂ ਖਾਂਦੇ ਨਾ ਪੋਲੀਟੀਸ਼ੀਅਨ ਦੀ, ਮੈਂ ਤੁਹਾਡਾ ਵਫਾਦਾਰ ਰਹੂੰਗਾ ਜੀ। ਜਦੋਂ ਕਿ ਮੰਤਰੀ ਬਣ ਉਹਦੇ ਘਰੇ ਵੀ ਜਾ ਕੇ ਸਹੁੰ ਕੇ ਖਾ ਕੇ ਆਉਂਦੇ, ਜੋ ਤੁਸੀਂ ਕਹੋਗੇ ਉਹ ਹੋਊਗਾ। ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਾਰਥ ਹਲਕੇ ਦੇ ਵਿੱਚ ਮੰਤਰੀ ਹੁੰਦਾ ਸੀ ਸਾਡਾ ਆਪਣਾ ਜੋਸ਼ੀ, BJP ਦਾ, ਉਹਨੇ ਕਿਹਾ ਤੋਂ ਬਗੈਰ ਥਾਣੇ ਦੇ ਵਿੱਚ ਕਿਸੇ ਦੀ 7-50 ਦੀ ਜਿਹੜੀ ਸੀ ਉਹ ਪਰਚਾ ਦਰਜ ਨਹੀਂ ਹੁੰਦਾ ਜੀ। ਉਹਦਾ ਕਲੰਦਰਾ ਤਿਆਰ ਨਹੀਂ ਸੀ, ਲੋਕ ਪੁੱਛਦੇ ਯਾਦੀ ਮਾਨ ਜੀ ਫਲਾਣੇ ਦਾ ਕਾਇਆ ਕਰਦੀ ਕਿ ਨਹੀਂ ਕਰਦੀ। ਕਤਲ ਦਾ ਮੁਕੱਦਮਾ ਤੇ ਬੜੀ ਦੂਰ ਦੀ ਗੱਲ ਤਾਂ ਹੋਣਾ ਹੀ ਨਹੀਂ ਨਾ, ਜਿੰਨ ਚਿਰ ਮੰਤਰੀ ਨੇ ਕਰਿਆ ਨਹੀਂ। ਬਿਲਕੁਲ ਜੀ। ਉਹਦੇ ਕੋਲ ਸਾਡੇ ਕੇ ਬੰਦੇ ਚਲੇ ਗਏ, ਕਹਿੰਦੇ ਜੀ ਉਹ ਪੁਲਿਸ ਵਾਲੇ ਪਰਚਾ ਕਰਦਾ ਜਾਂ ਪੁਲਿਸ ਦੇ ਪਰਚੇ ਐਵੇਂ ਕਰ ਦੇਣਗੇ। ਇੱਥੇ ਬੈਠੋ ਤੁਸੀਂ ਜੀ, ਮੇਰੇ ਪਿੱਛੇ ਕੁਛ ਨਹੀਂ ਹੋਏਗਾ ਇੱਥੇ।
ਮੇਰਾ ਕਹਿਣ ਤੋਂ ਭਾਵ ਜਦੋਂ ਸਾਡੀ ਜਿਹੜੀ ਪੁਲਿਸ ਆ ਉਹ ਪੋਲੀਟੀਸ਼ੀਅਨ ਦੀ ਪਪਟ ਬਣੇਗੀ, ਜੋ ਨੇ ਕਿਹਾ ਬਲਵਿੰਦਰ ਸਿੰਘ ਸੇਖੋਂ ਨੇ, ਉਹਦੀ ਗੱਲ ਬਿਲਕੁਲ ਸਹੀ ਹੈ, ਮੈਂ ਸਹਿਮਤ ਹਾਂ ਜੀ। ਧੰਨਵਾਦ ਪੱਟੀ ਸਾਹਿਬ, ਸ਼ੁਕਰੀਆ ਜੀ ਸਮਾਂ ਦੇਣ। ਸ਼ੁਕਰੀਆ। ਸੋ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਫਿਰ ਜੁੜਦੇ ਹਾਂ ਤੁਹਾਡੇ ਨਾਲ। ਜੱਸੀ ਆ ਕੀ ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। जी हाँ, अकाल ट्रक एंड ट्रेलर सेंटर विनीपेग कैनेडा ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, डिफरेंशियल ਤੇ ਕਲਚ जॉब, ऑयल चेंज, हर एक काम बड़ी तसल्ली नाल करते हैं जी। ये MPI अप्रूव ने और हाँ, ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरी जानकारी लई कॉल करो 204 459 2000 या फिर कॉल करो 204 777।